एक डिस्प्यूट चलता पिया जी प्रॉपर्टी का, जिहड़ी कि साडे दादे दी प्रॉपर्टी आ। जब कोर्ट दे विच केस चलता पिया तां उस प्रॉपर्टी दे ताले तोड़े गए। अब तुसीं देख सकते हो ये सट्ट मजाक नहीं हैगी। सट्टां अमर दे मारियां गईयां जी। जे किते इंसाफ हैगा ना तां सानू इंसाफ चाहिदा। साडे वजियां ने असीं सह लांगे, पर मां दे वजियां ने ना असीं हुण सहणियां नहीं। कोई बंदा खड़ा होकर कहते कि इन्होंने साडा माड़ा किया, कदे किसी नूं असीं गाल तक नहीं कढ़दे। साडा महल्ला गवाह आ। सत श्री अकाल जी। देवगन फैमिली तुहानूं सारिआं नूं पता ही है। जिहड़ी असीं अज गल करनी है जी, ਇਹ ਅਸੀਂ ਕਰਨਾ नहीं सी चाहुंदे, क्योंकि ਅਸੀਂ आप एक वैल रेपुटेटेड फैमिली तो बिलोंग करते हैं। तुहानूं पता जिद्दां तुसीं सानूं सारिआं नूं प्यार करदे हो। कई होंदे ने जिहड़े विच सड़दे ने देख के, जिन्हां तो नहीं जरिया जाता। अज देखो हर एक परिवार के अपने मसले होंदे ने, ठीक है जी। इस तरह ही साडे एक परिवार का साडे एक रिलेटिव ने उन्होंने नाल मसला चलदा सी, ठीक है जी, जिहदा कोर्ट दे विच ऑलरेडी केस लग्या होया। केस लगन के बावजूद उन्होंने अज साडे सारे परिवार ते हमला किया। हमले दे विच अमर दे सट्टां लगियां ने जी, ठीक है जी, मेरे सट्टां लगियां ने। आ देखो आ मारिया गया जी पूरा, आ छाती ते पूरा मारिया गया। आ देखो इस टाइम असीं हॉस्पिटल दे विच आ। इस टाइम असीं फ्रंट कर इस टाइम असीं हॉस्पिटल दे विच आ जी। एक मिनट मैं लाइव शेयर करदा, लाइव शेयर कर पिछले वाले पासे करदा। ते एक कमेंट आया सी वीर दा, हाय मजाक करते होणगे। ये कोई मजाक नहीं हैगा, ये हकीकत आ, सच आ मजाक नहीं हैगा जी। आ तुसीं देख सकते हो ये सट्ट मजाक नहीं हैगी। ते एक डिस्प्यूट चलता पिया जी प्रॉपर्टी का, जिहड़ी कि साडे दादे दी प्रॉपर्टी आ, ठीक है जी। ते ओहदे विच जो जिद्दां भी हैगा है ना जी, उस चीज़ नूं लैके जद कोर्ट दे विच केस चलता पिया तां उस प्रॉपर्टी दे ताले तोड़े गए। उस तो बाद उहदे उत्ते नोटिस लग्या होया सी, ऑनलाइन नोटिस जिहड़ा जज साहबान वालों दिता जाता वो लग्या होया सी। वो लगन के बावजूद वो नोटिस नूं फाड़िया गया। कानून ਦੀਆਂ पूरियां ਧੱਜੀਆਂ उड़ाइयां गईयां पूरियां। ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ। ਮੇਰੇ ਮਾਰੀਆਂ ਗਈਆਂ, ਅਮਰ ਦੇ ਮਾਰੀਆਂ ਗਈਆਂ। ਬੈਗ ਦਿਖਾ ਦਿੰਦਾ ਮੈਂ, ਫਿਰ ਬੈਗ ਦਿਖਾ ਦਿੰਦਾ ਮੈਂ। ਬੈਗ ਦਿਖਾ ਆਪਣੀ। ਅੱਜ ਸਾਡੇ ਨਾਲ ਹੋਇਆ। ਆ ਦੇਖੋ ਮੰਮੀ ਦੇ ਮਾਰੀਆਂ ਗਈਆਂ, ਮਨਪ੍ਰੀਤ ਦੇ ਮਾਰਿਆ ਗਿਆ, ਮਿੰਦੋ ਦੇ ਮਾਰਿਆ ਗਿਆ। ਸਾਰਿਆਂ ਨੂੰ ਇੱਕ ਜਾਨਵਰਾਂ ਦੀ ਤਰ੍ਹਾਂ ਜਿੱਦਾਂ ਗੁੰਡਾਗਰਦੀ ਕੀਤੀ ਜਾਂਦੀ ਹੈ ਨਾ, ਉਦਾਂ ਕੀਤੀ ਗਈ ਸਾਡੇ ਨਾਲ। ਤੇ ਜੇ ਕਿਤੇ ਜਿਉਂਦਾ ਨਾ ਇਨਸਾਫ ਤਾਂ ਸਾਨੂੰ ਚਾਹੀਦਾ ਇੱਕ ਮੈਸੇਜ। ਜਿੰਨੇ ਵੀ ਸਾਡੇ ਪਿਆਰ ਕਰਨ ਵਾਲੇ ਨੇ, ਜਿਨ੍ਹਾਂ ਦੇ ਕਮੈਂਟ ਸਾਡੇ ਵੀਡੀਓਜ਼ ਤੇ ਆਏ ਹੋਏ ਨੇ ਜਾਂ ਬਾਕੀ ਪੇਜਾਂ ਦੇ ਉੱਤੇ ਕਮੈਂਟ ਕਰਦੇ ਨੇ ਸਾਨੂੰ ਲੈ ਕੇ, ਉਹਨਾਂ ਨੂੰ ਰਿਪਲਾਈ ਕੀਤਾ ਜਾ ਰਿਹਾ ਇੱਕ ਇਦਾਂ ਦਾ ਮੈਸੇਜ ਬਣਾ ਕੇ ਕਿ ਤੁਸੀਂ ਗਲਤ ਕੀਤਾ, ਵੀ ਇਹ ਇਦਾਂ ਕਰਦੇ ਨੇ, ਇਦਾਂ ਕਰਦੇ ਨੇ। ਤੇ ਇਹਦਾ ਜਵਾਬ ਜਿਹੜਾ ਨਾ ਤੁਸੀਂ ਦੇਣਾ। ਤੁਸੀਂ ਸਾਨੂੰ ਪਿਆਰ ਕਰਦੇ ਹੋ ਨਾ, ਦਿਖਾ ਦਿਓ ਪਿਆਰ 'ਚ ਕਿੰਨੀ ਤਾਕਤ ਹੁੰਦੀ ਆ। ਹਰ ਟਾਈਮ ਹਰ ਵੇਲੇ ਅਸੀਂ ਸਿਰਫ ਇੱਕੋ ਚੀਜ਼ ਮੰਗੀ ਆ ਕਿ ਪਰਿਵਾਰ ਜੋੜੀ ਰੱਖੋ, ਪਰਿਵਾਰਾਂ ਨੂੰ ਇੱਕ ਰੱਖੋ। ਹਮੇਸ਼ਾ ਚੰਗੇ ਮੈਸੇਜ ਦੇਣ ਦੀ ਸਲਾਹ ਦਿੱਤੀ ਆ, ਤੇ ਅੱਜ ਸਾਡੇ ਨਾਲ ਹੀ ਇਦਾਂ ਹੋਇਆ। ਉਹ ਸਾਡੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ। ਮੇਰੀ ਮੰਮੀ ਦੇ ਸਿਰ 'ਚ ਮੁੱਕੇ ਮਾਰੇ ਗਏ ਆ। ਉਹਨਾਂ ਨੂੰ ਬਾਹਾਂ ਤੋਂ ਫੜ ਕੇ ਖਿੱਚਿਆ ਗਿਆ। ਇਹ ਮਜ਼ਾਕ ਨਹੀਂ ਹੈਗਾ। ਜਿਹਨੇ ਵੀ ਕਮੈਂਟ ਕੀਤਾ ਸੀ ਬਾਈ ਇਹ ਮਜ਼ਾਕ ਨਹੀਂ ਹੈਗਾ, ਇਹ ਮਜ਼ਾਕ ਨਹੀਂ ਆ। ਜੋ ਵੀ ਹੋਇਆ, ਮੰਮੀ ਇਸ ਟਾਈਮ ਬੋਲਣ ਦੇ ਹਾਲਾਤ ਦੇ ਵਿੱਚ ਵੀ ਨਹੀਂ ਹੈਗੇ। ਮੰਮੀ ਨੂੰ ਸਰਵਾਈਕਲ ਦੀ ਪ੍ਰੋਬਲਮ ਆ। ਸਰਵਾਈਕਲ ਦੀ ਪ੍ਰੋਬਲਮ ਤੋਂ ਬਾਅਦ ਸਿਰ 'ਚ ਮੁੱਕੇ ਮਾਰੇ, ਮੰਮੀ ਦੇ ਵਾਲ ਖਿੱਚੇ ਗਏ। ਇਹ ਸਾਡਾ ਦੱਸਣਾ ਜ਼ਰੂਰੀ ਸੀਗਾ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਇੱਕ ਫੇਕ ਮੈਸੇਜ ਸਾਡੇ YouTube ਦੇ ਉੱਤੇ, Facebook ਦੇ ਉੱਤੇ, ਸਾਰੀ ਥਾਂ ਦੇ ਉੱਤੇ ਨਾ ਹਰੇਕ ਬੰਦੇ ਨੂੰ ਕੀਤਾ ਜਾ ਰਿਹਾ। ਤੇ ਮੈਨੂੰ ਉਹ ਫੋਨ ਬਹੁਤ ਆ ਰਹੇ ਨੇ, ਠੀਕ ਹੈ ਜੀ। ਕਿਹੜੇ ਹਸਪੀਟਲ ਦੇ ਵਿੱਚ ਆ ਇਹ ਵੀ ਦੱਸ ਸਕਦਾ। ਬਾਕੀ ਸਵੇਰੇ ਦੱਸੂਗਾ ਮੈਂ ਸਾਰੀ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ। ਸਵੇਰੇ 10 ਵਜੇ ਪ੍ਰੈਸ ਕਾਨਫਰੰਸ ਹੈ। ਜੇ ਸਾਥ ਦੇ ਸਕਦੇ ਹੋ
ਦਿਓ। ਸਾਥ ਦਿਓ ਬਸ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ। ਅੱਜ ਸਾਡੀ ਫੈਮਿਲੀ ਦੇ ਉੱਤੇ ਹੋਇਆ ਕੱਲ ਨੂੰ ਤੁਹਾਡੀ ਫੈਮਿਲੀ ਉੱਤੇ ਵੀ ਹੋ ਸਕਦਾ। ਜਿਹੜੀ ਆ ਗੁੰਡਾਗਰਦੀ ਆ ਨਾ, ਇਹਦੀ ਮੈਂ ਕੁਝ ਨਹੀਂ ਕਹਿ ਸਕਦਾ। ਬਸ ਰਿਕੁਐਸਟ ਆ, ਹੱਥ ਜੋੜ ਕੇ ਰਿਕੁਐਸਟ ਆ, ਬਸ ਸਾਥ ਦਿਓ। ਇਹਨੂੰ ਸ਼ੇਅਰ ਕਰਿਓ, ਨਾ ਵੀ ਕਰਿਓ ਤਾਂ ਵੀ ਕੋਈ ਗੱਲ ਨਹੀਂ ਯਾਰ, ਪਰ ਨਾਲ ਖੜਿਓ। ਹੁਣ ਨਾਲ ਖੜਿਓ, ਹੁਣ ਸਾਨੂੰ ਲੋੜ ਆ ਤੁਹਾਡੀ। ਮੰਮੀ ਨੇ ਮਾਰਿਆ, ਜਿਹੜੀ ਮਾਂ ਨੂੰ ਅਸੀਂ ਪੂਜਦੇ ਆ ਨਾ, ਉਹ ਮਾਂ ਨੂੰ ਮਾਰਿਆ। ਸਾਡੀ ਮਦਰ ਦੇ ਉੱਤੇ ਹੱਥ ਚੱਕਿਆ ਗਿਆ। ਮੇਰੇ ਮਾਰਿਆ, ਅਮਰ ਦੇ ਮਾਰਿਆ, ਮਿੱਦੋ ਦੇ ਮਾਰਿਆ। ਯਾਰ ਇਹ ਮਾਰਨਾ ਸੀ ਨਾ, ਮੈਨੂੰ ਮਾਰ ਲੈਂਦੇ। ਅਸੀਂ ਭਰਾ ਦੇ ਉੱਤੇ, ਜਿਹਨੂੰ ਮੈਂ ਪਿਓ ਕਹਿੰਦਾ, ਉਹਦੇ ਉੱਤੇ ਹੱਥ ਚੱਕਣ ਦੀ ਕੀ ਲੋੜ ਸੀ? ਕਿਸੇ ਦਾ ਅੱਜ ਤੱਕ ਕਦੇ ਮਾੜਾ ਨਹੀਂ ਕੀਤਾ, ਕਦੇ ਵੀ। ਕੋਈ ਬੰਦਾ ਖੜਾ ਹੋ ਕੇ ਕਹਦੇ ਕਿ ਇਹਨਾਂ ਨੇ ਸਾਡਾ ਮਾੜਾ ਕੀਤਾ, ਕਦੇ ਕਿਸੇ ਨੂੰ ਅਸੀਂ ਗਾਲ ਤੱਕ ਨਹੀਂ ਕੱਢਦੇ। ਸਾਡਾ ਮਹੱਲਾ ਗਵਾਹ ਆ, ਸਾਰਾ ਮਹੱਲਾ ਗਵਾਹ ਆ, ਸਾਡਾ ਸਾਰਾ ਪੰਜਾਬ ਗਵਾਹ ਆ ਕਿ ਅਸੀਂ ਜਦੋਂ ਵੀ ਗੱਲ ਕੀਤੀ ਹਮੇਸ਼ਾ ਪਰਿਵਾਰ ਨੂੰ ਇੱਕ ਕਰਕੇ ਰੱਖਣ ਦੀ ਗੱਲ ਕੀਤੀ। ਤੇ ਅੱਜ ਆਹ ਹਾਲ ਕੀਤਾ ਗਿਆ। ਮਾਂ ਸਾਡੇ ਵੱਜੀਆਂ ਨੇ, ਅਸੀਂ ਸਹਿ ਲਾਂਗੇ, ਪਰ ਮਾਂ ਦੇ ਵੱਜੀਆਂ ਨੇ ਨਾ, ਅਸੀਂ ਹੁਣ ਸਹਿਣੀਆਂ ਨਹੀਂ। ਭਾਬੀ ਨੂੰ ਧੱਕੇ ਮਾਰੇ ਗਏ, ਮੇਰੀ ਭੈਣ ਨੂੰ ਧੱਕੇ ਮਾਰੇ ਆ। ਮੰਮੀ ਠੀਕ ਹੋ? ਮੰਮਾ ਬਸ ਬਾਕੀ ਸਵੇਰੇ ਪ੍ਰੈਸ ਕਾਨਫਰੰਸ ਆ। ਹੁਣ ਸਾਨੂੰ ਲੋੜ ਆ, ਨਹੀਂ ਤਾਂ ਅਸੀਂ ਵੀਡੀਓ ਬਣਾਉਣੀਆਂ ਬੰਦ ਕਰ ਦਾਂਗੇ। ਸਾਥ ਦੇ ਸਕਦੇ ਹੋ ਤਾਂ ਦੇ ਦਿਓ ਬਸ। ਚੁੱਪ ਯਾਰ, ਥੈਂਕ ਯੂ ਸੋ ਮਚ। ਹੱਥ ਜੋੜ ਕੇ ਬੇਨਤੀ ਆ ਜੀ। ਇਹ ਸਾਰੇ ਨੂੰ ਪਤਾ ਜੀ, ਸਾਡੇ ਪਰਿਵਾਰ ਵਾਲੇ ਜਿੰਨੇ ਵੀ ਦੇਖਣ ਵਾਲੇ ਨੇ, ਮੀਡੀਆ ਵਾਲੇ ਨੇ, ਸਭ ਤੋਂ ਪਹਿਲਾਂ ਥੈਂਕ ਯੂ। ਤੁਸੀਂ ਸਾਡਾ ਪੱਖ ਰੱਖਣ ਲਈ ਇੱਥੇ ਆਏ, ਠੀਕ ਹੈ ਜੀ। ਹੁਣ ਮੈਂ ਗੱਲ ਕਰਦਾ ਜੀ ਜਿਹੜਾ ਸਾਡੇ ਨਾਲ ਹੋਇਆ। 14 ਸਤੰਬਰ ਨੂੰ ਮੇਰੇ ਬੇਟੇ ਦਾ ਜਨਮ ਦਿਨ ਸੀਗਾ ਜੀ। ਸਵੇਰ ਦੇ ਟਾਈਮ ਅਖੰਡ ਪਾਠ ਸਾਹਿਬ ਦਾ ਭੋਗ ਸੀਗਾ। ਉਸ ਤੋਂ ਬਾਅਦ ਸ਼ਾਮ ਨੂੰ ਪਾਰਟੀ ਸੀ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਅਸੀਂ ਲਾਈਵ ਹੋਏ, ਜਿੱਦਾਂ ਅਸੀਂ ਅਕਸਰ ਹੁੰਦੇ ਹਾਂ। ਬੱਚੇ ਦੀ ਖੁਸ਼ੀ ਦਿਖਾ ਰਹੇ ਸੀ ਕਿ ਹਾਂ ਸਾਡੇ ਬੱਚੇ ਲਈ ਅਸੀਂ ਆਹ ਕੀਤਾ ਹੈ ਨਾ ਜੀ, ਵੀ ਜਿੱਦਾਂ ਵਲੌਗਿੰਗ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਉਸ ਲਾਈਵ 'ਚ ਕਿਹਾ ਵੀ ਅਸੀਂ ਸ਼ਾਮ ਨੂੰ 8 ਵਜੇ ਦੁਬਾਰਾ ਫੇਰ ਲਾਈਵ ਹੋਵਾਂਗੇ, ਕਿਉਂਕਿ ਸ਼ਾਮ ਨੂੰ ਪਾਰਟੀ ਸੀ। ਇਹ ਰਿਸ਼ਤੇਦਾਰ ਨੂੰ ਅਸੀਂ ਸੱਦਿਆ ਹੋਇਆ ਸੀਗਾ। ਤੇ ਉਸ ਤੋਂ ਬਾਅਦ ਉਸੇ ਸਮੇਂ, ਜਿਸ ਸਮੇਂ ਸਾਡਾ ਲਾਈਵ ਦਾ ਸਮਾਂ ਸੀਗਾ, ਉਸੇ ਸਮੇਂ ਸਾਡੇ ਜਿਹੜੇ ਰਿਸ਼ਤੇਦਾਰ ਨੇ ਜਿਨ੍ਹਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ, ਉਹ ਆਏ ਤੇ ਸਾਡੀ ਆਹ ਜਗ੍ਹਾ ਜਿੱਥੇ ਅਸੀਂ ਬੈਠੇ ਆ, ਇਹਦੇ ਬਿਲਕੁਲ ਸਾਹਮਣੇ ਹੈ, ਠੀਕ ਹੈ ਜੀ। ਸਾਨੂੰ ਪ੍ਰਾਪਰਟੀਆਂ, ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪੈਣ ਦੀ ਸਾਨੂੰ ਲੋੜ ਹੈ ਹੀ ਨਹੀਂ ਸੀਗੀ, ਨਾ ਅਸੀਂ ਪਹਿਲਾਂ ਚਾਹੁੰਦੇ ਸੀਗੇ। ਪਰ ਇੱਕ ਸੈਲਫ ਰਿਸਪੈਕਟ ਹੁੰਦੀ ਆ ਵੀ ਜਿਹੜੀਆਂ ਉਹਨੇ ਸਾਡੇ ਮਦਰ ਨੂੰ ਗਾਲਾਂ ਕੱਢੀਆਂ। ਮਾਂ ਬਾਰੇ ਕੋਈ ਨਹੀਂ ਸੁਣਦਾ ਹੁੰਦਾ ਵੀਰੇ, ਚਾਹੇ ਕੋਈ ਆ, ਚਾਹੇ ਕੋਈ ਗਰੀਬ ਆ, ਅਮੀਰ ਆ, ਜੋ ਮਰਜੀ ਆ, ਮਾਂ ਬਾਰੇ ਕੋਈ ਨਹੀਂ ਸੁਣੂਗਾ। ਉਹਨਾਂ ਨੇ ਗਾਲਾਂ ਕੱਢੀਆਂ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਦੀ ਪਾਰਟੀ ਆ, ਪਰ ਉਹਨਾਂ ਨੇ ਖਰਾਬ ਕਰਨ ਪ੍ਰੋਗਰਾਮ 'ਚ ਖਲਲ ਪਾਇਆ ਵੀ ਇਹ ਜਾਣ ਨਾ ਅਸੀਂ ਇੱਥੇ ਕਲੇਸ਼ ਕਰਦੇ ਹਾਂ, ਲੜਾਈ ਕਰਦੇ ਹਾਂ। ਉਸ ਸਮੇਂ ਸਾਨੂੰ ਫਸਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੂੰ ਅਸੀਂ ਇੱਥੋਂ ਬਨੇਰੇ ਦੇ ਉੱਤੋਂ ਖੜ ਕੇ ਕਿਹਾ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ, ਤੁਸੀਂ ਗਲਤ ਕਰਦੇ ਪਏ ਹੋ, ਕੋਰਟ ਦਾ ਫੈਸਲਾ ਹੋਣ ਤੋਂ ਪਹਿਲਾਂ ਤੁਸੀਂ ਕੁਝ ਨਹੀਂ ਕਰ ਸਕਦੇ। ਉਹ ਕਹਿੰਦੇ ਅਸੀਂ ਦੇਖ ਲਾਂਗੇ ਜਿਹੜਾ ਹੋਊਗਾ, ਅਸੀਂ ਤੋੜਾਂਗੇ। ਘੱਟੋ ਘੱਟ 20 ਜਣੇ ਸੀਗੇ ਜੀ। ਉਹ ਮੇਰੇ ਕੋਲ ਫੁਟੇਜ ਵੀ ਪਈ ਆ, ਮੈਂ ਉਹ ਵੀ ਤੁਹਾਨੂੰ ਦਊਂਗਾ ਜੋ ਉਸ ਦਿਨ ਰਾਤ ਨੂੰ ਹੋਇਆ, ਠੀਕ ਹੈ ਜੀ। ਕਿਉਂਕਿ ਅਸੀਂ ਵੀਡੀਓ ਉਸੇ ਟਾਈਮ ਹੀ ਰਿਕਾਰਡ ਕਰ ਲਿਆ। ਤੇ ਇਹਨਾਂ ਨੇ ਆਪਣੀ ਰਿਪੋਰਟ ਜਿਹੜੀ ਇਹਨਾਂ ਨੇ ਕੱਲ੍ਹ ਲਿਖਵਾਈ ਆ ਕੁੱਟਮਾਰ ਤੋਂ ਬਾਅਦ, ਉਹਦੇ 'ਚ ਲਿਖਵਾਇਆ ਵੀ ਇਹ ਤਲਵਾਰਾਂ ਲਹਿਰਾਉਂਦੇ ਹੋਏ ਹੈ। ਸਾਡੇ ਕੋਲੇ ਤਲਵਾਰ ਦੇਖੀ ਕਦੇ ਕਿਸੇ ਨੇ? ਅਸੀਂ ਹਮੇਸ਼ਾ ਹੱਥ ਜੋੜ ਕੇ ਇਹੀ ਅਰਦਾਸ ਕਰਦੇ ਰਹੇ ਕਿ ਪਰਿਵਾਰ ਨੂੰ ਜੋੜੀ ਰੱਖੋ, ਪਰਿਵਾਰ ਦਾ ਏਕਤਾ ਰੱਖੋ। ਹਮੇਸ਼ਾ ਪਰਿਵਾਰ ਦੇ ਚੰਗੇ ਲਈ ਮੰਗਿਆ,
ਪਰ ਹੁੰਦਾ ਹਰੇਕ ਪਰਿਵਾਰ 'ਚ ਇੱਕ ਏਦਾਂ ਦਾ ਹੁੰਦਾ, ਠੀਕ ਹੈ ਜੀ, ਜਿਹੜਾ ਗਰਮ ਖਿਆਲੀ ਹੁੰਦਾ, ਇੱਕ ਨਰਮ ਖਿਆਲੀ ਹੁੰਦਾ। ਅਸੀਂ ਹਮੇਸ਼ਾ ਨਰਮ ਤਰੀਕੇ ਦੇ ਨਾਲ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਕਿ ਗੱਲ ਕਦੇ ਵੀ ਲੜਾਈ ਤੱਕ ਨਾ ਜਾਵੇ। ਉਸ ਤੋਂ ਬਾਅਦ ਅਸੀਂ ਆਪਣੇ ਪ੍ਰੋਗਰਾਮ ਤੇ ਚਲੇ ਗਏ, ਅਸੀਂ ਲਾਈਵ ਹੋਏ, ਅਸੀਂ ਲਾਈਵ ਲੇਟ ਕੀਤਾ, 8 ਵਜੇ ਦੀ ਬਜਾਏ ਅਸੀਂ 9 ਵਜੇ ਲਾਈਵ ਹੋਏ। ਉਸ ਤੋਂ ਬਾਅਦ ਸਵੇਰ ਦੀ ਗੱਲ, ਕਿਉਂਕਿ ਅਸੀਂ ਰਾਤ ਨੂੰ ਹੁਣ ਬੰਦਾ ਫੰਕਸ਼ਨ ਤੇ ਆ, ਰਿਸ਼ਤੇਦਾਰ ਗੱਲ ਕਰ ਰਿਹਾ ਤੇ ਦਿਮਾਗ ਸਾਡਾ ਇੱਥੇ ਸੀਗਾ ਵੀ ਇੱਥੇ ਕੀ ਹੋ ਰਿਹਾ ਹੋਊਗਾ, ਕਿਤੇ ਸਾਡੇ ਇੱਧਰਲੇ ਪਾਣੇ ਨਾ ਪਹੁੰਚ ਦੇਣ। ਉਹਨਾਂ ਨੇ ਉਸ ਦਿਨ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਅਬਰ ਮੈਨੂੰ ਕਹਿੰਦਾ ਵੀਰੇ ਆਪਾਂ ਕੁਛ ਨਹੀਂ ਕਰਨਾ, ਆਪਾਂ ਕਾਨੂੰਨ ਤੇ ਵਿਸ਼ਵਾਸ ਰੱਖਣਾ, ਕਾਨੂੰਨ ਸਾਨੂੰ ਇਨਸਾਫ ਦਊਗਾ, ਕਿਉਂਕਿ ਅਸੀਂ ਬਹੁਤ ਨਰਮ ਖਿਆਲੀ ਇਨਸਾਨ। ਉਹਦੇ ਤੋਂ ਬਾਅਦ ਅਸੀਂ ਪ੍ਰੋਗਰਾਮ ਤੇ ਚਲੇ ਗਏ। ਪ੍ਰੋਗਰਾਮ ਨਿਪਟਾ ਕੇ ਅਸੀਂ ਘਰੇ ਆਏ, ਅਸੀਂ ਗੱਲ ਕੀਤੀ ਵੀ ਕਿੱਦਾਂ ਕਰਨਾ ਜੀ ਹੁਣ। ਉਹਨਾਂ ਨੇ ਰਾਤੀ ਆਹ ਕੰਮ ਕੀਤਾ, ਇਹ ਕਹਿੰਦੇ ਵੀਰੇ ਅਸੀਂ ਆਪਣੇ ਵਕੀਲ ਕੋਲ ਚੱਲਦੇ ਆ, ਜਿੱਦਾਂ ਉਹ ਕਹਿਣਗੇ ਆਪਾਂ ਉਹਦਾ ਕਰਾਂਗੇ। ਮੈਂ ਕਿਹਾ ਠੀਕ ਹੈ। ਅਸੀਂ ਵਕੀਲ ਸਾਹਿਬ ਕੋਲ ਗਏ, ਉਹਨਾਂ ਨੂੰ ਦਰਖਾਸਤ ਲਿਖਵਾਈ, ਥਾਣੇ ਵਿੱਚ ਜਾਣਾ ਸੀਗਾ। ਇਹ ਕਹਿੰਦਾ ਵੀਰੇ ਮੈਂ ਵੀ ਕੁਛ ਨਹੀਂ ਕਰਦਾ, ਤੂੰ ਵੀ ਕੁਛ ਨਹੀਂ ਕਰਦਾ, 1-2 ਵਜੇ ਦਾ ਟਾਈਮ ਹੈ, ਆਪਾਂ ਪਹਿਲਾਂ ਕੁਛ ਖਾ ਲੈਂਦੇ ਹਾਂ ਫਿਰ ਆਪਾਂ ਥਾਣੇ ਚੱਲਦੇ ਹਾਂ। ਅਸੀਂ ਉਦਾਂ ਹੀ ਘਰੇ ਆਏ, ਸਾਡੇ ਆਉਣ ਤੋਂ ਪਹਿਲਾਂ ਹੀ ਉਹ ਖੜੇ ਸੀਗੇ ਜੀ ਮੁੰਡੇ ਕੁੜੀਆਂ ਵਾਲੇ। ਸਾਡੀ ਉਹਦੇ ਵਿੱਚ ਭੈਣ, ਸਾਡੇ ਤਾਏ ਦੀ ਬੇਟੀ, ਤਾਏ ਦਾ ਬੇਟਾ, ਤਾਈ ਤੇ ਨਾਲ ਹੋਰ ਮੁੰਡੇ ਸੀਗੇ, ਰਿਸ਼ਤੇਦਾਰ ਸੀਗੇ, ਤੇ ਉਹ ਖੜੇ ਸੀਗੇ। ਅਸੀਂ ਆਏ ਸ਼ਾਂਤੀਪੂਰਨ ਤਰੀਕੇ ਨਾਲ ਜਿੱਦਾਂ ਅਸੀਂ ਕਰਦੇ ਆ। ਸਾਨੂੰ ਦੋਨੋਂ ਇੱਕ ਤੋਂ ਨੂੰ ਦੇਖ ਕੇ ਉਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮਾਵਾਂ ਭੈਣਾਂ ਦੀਆਂ। ਅਸੀਂ ਉਦੋਂ ਵੀ ਚੁੱਪ ਰਹੇ। ਮੰਮੀ ਜਦੋਂ ਉਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ, ਮੰਮੀ ਹੁਣ ਹੁੰਦਾ ਹੀ ਜਾਂਦਾ ਜਦੋਂ ਮਾਂ ਬੱਚੇ ਨੂੰ ਬੋਲਦਾ ਵਾ ਵੀ ਮਾਂ ਕਹਿੰਦੀ ਵੀ ਪੁੱਤ ਚੁੱਪ ਕਰਾ ਕਰ ਜੋ ਛਡਾਉਣ ਜਾਂਦੇ ਆ। ਮੰਮੀ ਨੀਚੇ ਗਏ, ਅਸੀਂ ਅੰਦਰ ਗਏ, ਹਜੇ ਉੱਪਰ ਆ ਕੇ ਪਾਣੀ ਪੀਤਾ। ਉਹਨਾਂ ਨੇ ਜਦ ਨੂੰ ਸਾਡੀ ਮੰਮੀ ਨੂੰ ਜਿਹੜੀ ਬਾਲ ਕੱਟੇ ਕੁੱਤੇ ਮਾਰੇ ਨੇ, ਜਦੋਂ ਅਸੀਂ ਨੀਚੇ ਗਏ ਅਸੀਂ ਮੰਮੀ ਨੂੰ ਦੇਖਿਆ ਤੜਫਦਾ, ਮਾਂ ਨੂੰ ਤੜਫਦਾ ਕੋਈ ਨਹੀਂ ਦੇਖ ਸਕਦਾ। ਅਸੀਂ ਉਹਨੂੰ ਪੁੱਛਿਆ ਵੀ ਤੂੰ ਸਾਡੀ ਮਾਂ ਨੂੰ ਹੱਥ ਕਿਵੇਂ ਲਾਇਆ? ਉਹਨੇ ਗੋਡਾ ਮਾਰੇ ਜਿਹੜੇ, ਉਹ ਜੋ ਵੀ ਗੋਡਾ ਮਾਰਿਆ। ਜਦੋਂ ਉਹਨੇ ਗੋਡਾ ਮਾਰਿਆ ਫਿਰ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਕੀ ਕਰਦੇ? ਤੁਸੀਂ ਜਵਾਬ ਦਿਓਗੇ, ਤੁਹਾਡੀ ਜਗ੍ਹਾ ਤੇ ਕੋਈ ਵੀ ਹੁੰਦਾ, ਕਿਸੇ ਵੀ ਬੰਦੇ ਨੂੰ ਕੋਈ ਗਲੇ ਨੂੰ ਤਾਂ ਫੜੂਗਾ, ਤੁਸੀਂ ਕੀ ਕਰੋਗੇ? ਜਗਪਾਲ ਸਿੰਘ ਸਾਡੇ ਤਾਏ ਦਾ ਬੇਟਾ ਜੀ, ਉਹ ਆਪਣੇ ਆਪ ਨੂੰ ਇੱਕ ਲਾਇਰ ਕਹਿੰਦਾ, ਉਹ ਲਾਇਰ ਹੈ ਜੀ, ਵਕੀਲ ਹੈ। ਉਹ ਕਹਿੰਦਾ ਵੀ ਮੈਂ ਵਕੀਲ ਹੈ। ਉਹਨਾਂ ਦੀਆਂ ਧਮਕੀਆਂ ਆਈਆਂ ਸਾਨੂੰ ਪਤਾ WhatsApp ਦੇ ਉੱਤੇ ਜਦੋਂ ਅਸੀਂ ਕੇਸ ਫਾਈਲ ਕੀਤਾ। ਉਹ ਕਹਿੰਦੇ ਸਾਡਾ ਮੁੰਡਾ ਕਚਹਿਰੀ 'ਚ ਹੀ ਹੁੰਦਾ, ਉੱਥੇ ਹੀ ਹੁੰਦਾ, ਤੁਸੀਂ ਦੇਖ ਲਓ। ਕਚਹਿਰੀ ਉਹਦੇ ਪਿਓ ਦੀ ਥੋੜੀ ਆ, ਉਹਨੇ ਕੀ ਕਚਹਿਰੀ 'ਚ ਮੁੱਲ ਖਰੀਦ ਲਏ? ਉਹ ਕਿਸ ਚੀਜ਼ ਦੀ ਸਾਨੂੰ ਧਮਕੀ ਦੇ ਰਿਹਾ ਕਿ ਮੈਂ ਵਕੀਲ ਆ? ਇਨਸਾਫ ਦੀ ਕੋਈ ਚੀਜ਼ ਹੁੰਦੀ ਆ? ਉਸ ਚੀਜ਼ ਦਾ ਸਕਰੀਨਸ਼ਾਟ ਭੇਜ ਕੇ ਮੈਨੂੰ ਸਕਰੀਨਸ਼ਾਟ ਵੀ ਦਵਾਂਗਾ। ਕਿੰਨੇ ਲੋਕਾਂ ਦੀ ਸੱਚਿਆ ਸੀ ਤੇਰੇ ਕੋਲ 3-4 ਜਣੇ ਦੇ ਰਿਸ਼ਤੇਦਾਰ ਸੀਗੇ ਜੀ, ਉਹਦੇ ਇਲਾਵਾ 6-7 ਜਣੇ ਹੋਰ ਸੀਗੇ ਜਿਹਨਾਂ ਬਾਰੇ ਅਸੀਂ ਜਾਣਦੇ ਹਾਂ। ਹਾਂਜੀ, ਉਹ ਤੋਂ ਪਹਿਲਾਂ ਅਸੀਂ SHO ਦਰਖਾਸਤ ਦਿੱਤੀ ਸੀਗੀ ਜੀ, ਠੀਕ ਹੈ ਜੀ। ਉਹਨਾਂ ਨੇ ਬਣਾਇਆ ਵੀ ਸੀ ਤੇ ਉਹਨਾਂ ਨਾਲ ਵੀ ਉਹਨੇ ਬੜੇ ਮਿਸਬੀਹੇਵ ਨਾਲ ਗੱਲ ਕੀਤੀ ਸੀ। ਉਹ ਕਹਿੰਦਾ ਮੈਂ ਵਕੀਲ ਹਾਂ, ਇੰਸਪੈਕਟਰ ਸਾਹਿਬ ਕਹਿੰਦੇ ਮੈਂ ਇੰਸਪੈਕਟਰ ਬੋਲਦਾ, ਉਹ ਕਹਿੰਦਾ ਮੈਂ ਵਕੀਲ ਬੋਲਦਾ। ਡਿਸਪਿਊਟ ਤੁਹਾਡਾ ਪ੍ਰਾਪਰਟੀ ਦਾ ਜਿਹੜਾ ਪ੍ਰਾਪਰਟੀ ਦਾ ਡਿਸਪਿਊਟ ਇਹਦਾ ਹੈ ਜੀ। ਚਲੋ ਉਸ ਚੀਜ਼ ਬਾਰੇ ਕੋਰਟ ਕੇਸ ਹੈ। ਜਿਵੇਂ ਸਾਡੇ ਫਾਦਰ ਸਾਹਿਬ ਤੇ ਸਾਡੇ ਸਤਿਕਾਰਯੋਗ ਹੈ ਦੋਨੇ ਸਕੇ ਭਰਾ ਨੇ ਜੀ। ਅਸੀਂ ਸਭ ਤੋਂ ਸ਼ੁਰੂ ਤੋਂ ਜੁਆਇੰਟ ਫੈਮਿਲੀ ਚ ਰਹੇ ਹਾਂ। ਚਲੋ ਸੈਪਰੇਸ਼ਨ ਹੋ ਗਈ, ਦਾਦਾ ਜੀ ਸਾਡੇ ਸਾਹਮਣੇ ਰਹਿੰਦੇ ਸੀ, ਠੀਕ ਹੈ ਜੀ। ਉਹਨਾਂ ਦਾ ਰੋਟੀ ਪਾਣੀ ਸਾਰਾ ਕੁਝ ਅਸੀਂ ਕਰਦੇ ਰਹੇ, ਸਾਰਾ ਮੱਲਾ ਗਵਾ ਹੈ, ਠੀਕ ਹੈ ਜੀ। ਉਹ ਕਰਦੇ ਰਹੇ। ਉਹਦੇ ਤੋਂ ਬਾਅਦ ਸਾਡੇ ਦਾਦਾ ਜੀ ਦੀ ਦਿਮਾਗੀ ਹਾਲਤ, ਮੇਰੇ ਫਾਦਰ ਸਾਹਿਬ ਦੇ ਐਕਸਪਾਇਰ ਹੋਣ ਤੋਂ ਬਾਅਦ ਉਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਕਿਉਂਕਿ ਉਹ ਹਮੇਸ਼ਾ ਗੱਲਾਂ ਕਰਨ ਲੱਗੇ ਪੁਰਾਣੇ ਸਮੇਂ ਦੀਆਂ। ਹਨਾ ਜੀ, ਉਹ ਕਿਸੇ ਨੂੰ ਵੀ ਮੇਰਾ ਨਾਮ ਤੱਕ ਭੁੱਲ ਗਏ ਸੀ, ਇਹਦਾ ਨਾਮ ਤੱਕ। ਇਹਨੂੰ ਕਹਿੰਦੇ ਹੁੰਦੇ ਸੀ ਬਰਤਿਆ ਕੀ ਹਾਲ ਹੈ, ਕਿਉਂ ਜਿੱਦਾਂ ਸਿਆਣੀ ਉਮਰ ਦੇ ਵਿੱਚ ਜਾ ਕੇ ਦਿਮਾਗ ਹੋ ਜਾਂਦਾ ਜੀ, ਠੀਕ ਹੈ ਜੀ। ਇਹ ਕਹਿੰਦੇ ਅਸੀਂ ਵਸੀਅਤ ਬਣਾਈ, ਅਸੀਂ ਰਜਿਸਟਰ ਕਰਾਈ। ਉਹ ਦਿਮਾਗੀ ਹਾਲਤ ਦੇ ਵਿੱਚ ਤੁਸੀਂ ਦਾਦੇ ਤੋਂ ਅੰਗੂਠਾ ਲਗਾਇਆ, ਉਹ ਸਾਡਾ ਦਾਦਾ ਦਾ ਸਾਈਨ ਕਰਦਾ ਸੀ, ਚੈੱਕ ਤੇ ਸਾਈਨ ਕਰਦਾ ਸੀ, ਆਰਡਰ ਬੁੱਕ ਤੇ ਸਾਈਨ ਕਰਦਾ ਸੀ। ਉਹ ਅੰਗੂਠਾ ਕਿਵੇਂ ਲਾ ਦੂਗਾ ਜੇ ਉਹ ਆਪਣੀ ਪੂਰੀ ਹੋਸ਼ੋ ਹਵਾਸ ਦੇ ਵਿੱਚ ਸੀਗਾ ਤੇ ਕੋਈ ਕੰਮ ਨਹੀਂ ਕਰਦਾ?
2012 ਦੇ ਵਿੱਚ ਦੀ ਗੱਲ ਹੈ, ਠੀਕ ਹੈ ਜੀ। ਉਹ ਸਾਡੇ ਦਾਦਾ ਜੀ ਐਕਸਪਾਇਰ ਹੋ ਗਏ। ਦਾਦਾ ਜੀ ਐਕਸਪਾਇਰ ਹੋਣ ਤੋਂ ਬਾਅਦ ਸਾਡੇ ਦਾਦੀ ਜੀ, ਉਹਨਾਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਸੀ। ਉਹ ਸ਼ੀਸ਼ੇ ਦੇ ਵਿੱਚ ਗੱਲਾਂ ਕਰਦੇ ਸੀ ਆਪਣੇ ਆਪ ਨਾਲ ਹੀ, ਸ਼ੀਸ਼ੇ ਦੇ ਵਿੱਚ ਦੇਖ ਕੇ ਆਪਣੇ ਆਪ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਸੀ। ਉਹਨਾਂ ਦੀ ਦਿਮਾਗੀ ਹਾਲਤ ਵੀ ਉਦੋਂ ਠੀਕ ਨਹੀਂ ਸੀ, ਠੀਕ ਹੈ ਜੀ। ਚਲੋ ਪਰ ਜ਼ਿਆਦਾ ਨਹੀਂ ਮੈਂ ਦੱਸਣਾ ਚਾਹੁੰਦਾ ਹਾਂ, ਕਿਉਂਕਿ ਸਾਡੀ ਜੋ ਛਵੀ ਆ ਉਹ ਹਮੇਸ਼ਾ ਪਰਿਵਾਰਾਂ ਨੂੰ ਜੋੜ ਕੇ ਰੱਖਣ, ਕਿਉਂਕਿ ਜੋ ਅਸੀਂ ਕੰਟੈਂਟ ਬਣਾਇਆ ਅੱਜ ਤੱਕ, ਜਿੰਨੀਆਂ ਤੁਸੀਂ ਵੀਡੀਓ ਦੇਖੀਆਂ ਨੇ, ਤੁਸੀਂ ਆਪਣੇ ਬੱਚੇ ਨੂੰ ਛੋਟੇ ਨੂੰ ਨਾਲ ਉਠਾ ਕੇ ਦੇਖ ਸਕਦੇ ਹੋ। ਅਸੀਂ ਹਿੰਸਾ ਕਰਾਂਗੇ ਔਰ ਬੋਰਡ ਤੇ ਲਿਖਾਉਂਦੇ ਨੇ ਤਲਵਾਰਾਂ ਲੈ ਰਹੀਆਂ, ਸਾਡੀ ਮਾਂ ਨੂੰ ਧੂ ਕੇ ਲੈ ਕੇ ਆਏ, ਇਹਨਾਂ ਨੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਹਿੰਦੇ 50 ਗੁੰਡੇ ਲੈ ਕੇ ਆਏ ਨੇ ਜੀ। ਉਹਨਾਂ ਦਾ ਘਰ ਕਿੱਥੇ? ਉਹ ਬੁਲਾਏ ਹੋਏ ਇਸ ਤੋਂ। ਹੁਣ ਮੈਂ ਦੱਸਦਾ ਜਿਨ੍ਹਾਂ ਨੂੰ ਉਹ ਗੁੰਡੇ ਕਹਿੰਦੇ ਨੇ ਕੌਣ ਨੇ। ਮਹੱਲੇ ਵਾਲੇ ਜਿਹੜੇ ਛੜਾ ਰਹੇ ਸੀ ਉਸ ਟਾਈਮ। 14 ਤਰੀਕ ਰਾਤ ਦਾ ਪ੍ਰੋਗਰਾਮ ਖਤਮ ਕਰਕੇ ਮਤਲਬ 1 ਵਜੇ 2 ਵਜੇ ਪਾਰਟੀ ਖਤਮ ਹੋਈ। ਮੇਰੇ ਇੱਕ ਸਾਧੂ ਖੰਨੇ ਤੋਂ ਹੈ, ਇੱਕ ਦਿੱਲੀ ਤੋਂ ਹੈ, ਇੱਕ ਧੂਰੀ ਤੋਂ ਹੈ। ਮੈਂ ਉਹਨਾਂ ਨੂੰ ਕੀ ਕਹਿੰਦਾ ਵੀ ਜਾਓ ਆਪਣੇ ਆਪਣੇ ਘਰਾਂ ਨੂੰ ਜਾਓ। ਆਪਾਂ ਕੀ ਕਹਿੰਦੇ ਪਹਿਲਾਂ ਤੁਸੀਂ ਦੱਸੋ ਕੀ ਕਹਿੰਦੇ ਆਪਾਂ? ਉਹਦੀ ਰਾਤ ਰੁਕੋ, ਸਵੇਰੇ ਚਲੇ ਜਾਓ, ਰੋਟੀ ਪਾਣੀ ਛੱਡ ਹੁਣ ਨਹੀਂ ਜਾਣਾ, ਟਾਈਮ ਬਹੁਤ ਹੋ ਗਿਆ। ਆਪਾਂ ਇਹੀ ਕਹਿੰਦੇ ਆ ਨਾ। ਉਦਾਂ ਹੀ ਉਹ ਸਾਡੇ ਘਰੇ ਆਇਆ ਸੀ। ਜਦੋਂ ਰਾਤ ਨੂੰ ਆ ਕੁਝ ਹੋਇਆ, ਮੇਰੇ ਡੈਡੀ ਕਹਿੰਦੇ ਮੇਰੇ ਉਹ ਕਹਿੰਦੇ ਵੀ ਪਤਾ ਸੀ ਤੈਨੂੰ ਏਦਾਂ ਨਹੀਂ ਛੱਡ ਕੇ ਜਾਣਾ, ਤੇਰੇ ਤੇ ਕੋਈ ਸੱਟ ਪੇਟ ਹੋ ਜੂ। ਉਹੀ ਚੀਜ਼ ਦਾ ਡਰ ਸੀ। ਆਂਦੇ ਸਾਰੇ ਉਹਨਾਂ ਨੇ ਸਾਡੇ ਨਾਲ ਲੜਾਈ ਸ਼ੁਰੂ ਕਰਤੀ। ਦੇਵਨ ਸਾਹਿਬ ਇਸ ਘਟਨਾ ਦੀ ਕੋਈ ਸੀਸੀਟੀਵੀ ਵਗੈਰਾ ਹੈ ਤੁਹਾਡੇ? ਨਹੀਂ, ਸਾਡੀ ਫੈਕਟਰੀ ਦੇ ਕੈਮਰੇ ਲੱਗੇ ਜ਼ਰੂਰ ਹੋਏ ਨੇ, ਪਰ ਉਹਨਾਂ ਦੀ ਹਾਰਡ ਡਿਸਕ ਵਗੈਰਾ ਚੱਲਦੀ ਨਹੀਂ। ਅਸੀਂ ਸਿਰਫ ਦਫ਼ਤਰ 'ਚ ਬੈਠ ਕੇ ਦੇਖਦੇ ਹਾਂ ਕੌਣ ਬੰਦਾ ਕੀ ਕਰਦਾ। ਰਿਕਾਰਡਿੰਗ ਨਹੀਂ ਅਸੀਂ ਰੱਖੀ, ਜੇ ਹੁੰਦੀ ਮੈਂ ਤੁਹਾਨੂੰ ਜ਼ਰੂਰ ਦਿੰਦਾ। ਹਾਂ, ਉਹਨਾਂ ਦੀ ਰਿਕਾਰਡਿੰਗ ਹੈਗੀ ਆ ਜੀ ਮੇਰੇ ਪ੍ਰੋਪਰਟੀ ਕਿਹੜੀ ਹੈ ਭਾਜੀ? ਮੈਂ ਕੌਣ ਕਾਬੂ ਕਰਦੀ? ਇਸ ਟਾਈਮ ਕੋਈ ਕਾਬਲ ਨਹੀਂ ਹੈ। ਪੁਲਿਸ ਆਈ ਮੌਕੇ ਤੇ, ਉਹਨਾਂ ਨੇ ਕਿਹਾ ਵੀ ਸਾਡੀ ਮਾਂ ਨੂੰ ਵੀ ਪੁਲਿਸ ਕੇ ਲੈ ਕੇ ਆਉਂਦਾ। ਇਹ ਲਿਖਾਇਆ ਉਹਨਾਂ ਨੇ ਰਿਪੋਰਟ ਦੇ ਵਿੱਚ। ਜਿਸ ਬੰਦੇ ਨੂੰ ਡਿਸਕ ਦੀ ਪ੍ਰੋਬਲਮ ਹੋਵੇ ਉਹ ਆਪ ਤੁਰ ਕੇ ਥਾਣੇ ਜਾਂਦਾ ਹੈ। ਮੇਰੇ ਮਦਰ ਇਸ ਟਾਈਮ ਸਾਡੇ ਵਿੱਚ ਬੈਠੇ, ਮੇਰਾ ਭਰਾ ਨਿਕਲਦਾ ਇਸ ਟਾਈਮ ਉਹ ਹਸਪੀਟਲ। ਸਾਨੂੰ ਪਤਾ ਅਸੀਂ ਇਸ ਟਾਈਮ ਕਿਹੜੀ ਪੋਜੀਸ਼ਨ ਤੋਂ ਲੰਘ ਰਹੇ ਹਾਂ। ਮੈਂ ਸੌਰੀ ਮਾਫੀ ਚਾਹੁੰਦਾ, ਮੈਂ ਰੋਣਾ ਨਹੀਂ ਚਾਹੁੰਦਾ, ਪਰ ਮੈਂ ਕਿਉਂ ਪੂਰੀ ਹੁੰਦੇ ਸਾਡੇ ਤੋਂ ਰਾਤੀ ਦੇਖਿਆ ਨਹੀਂ ਜਾ ਉਹਨਾਂ ਨੂੰ। ਉਹ ਜਿੱਦਾਂ ਰੋ ਰਹੇ ਸੀ, ਤੜਪ ਰਹੇ ਸੀ। ਹੁਣ ਉਹ ਇਹ ਵੀ ਇਹ ਕਹਿ ਰਹੇ ਨੇ ਮੈਨੂੰ ਪਾਣੀ ਦੇ ਦਿਓ, ਚਾਹ ਦੇ ਦਿਓ, ਸਿਰਫ ਇਹ ਕਹਿ ਰਹੇ ਨੇ ਕਿ ਉਹਨਾਂ ਦਾ ਦਿਮਾਗ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸੀਗਾ ਅਸੀਂ ਜੁਆਇੰਟ ਫੈਮਿਲੀ 'ਚ ਰਹੇ ਹਾਂ ਜੀ, ਜਠਾਣੀ ਆ ਮੇਰੀ, ਆਹ ਕੁਛ ਕਦੇ ਹੋਊਗਾ ਕਦੇ ਸੋਚਿਆ ਨਹੀਂ ਸੀ ਉਹਨਾਂ ਨੇ ਵੀ। ਅਸੀਂ ਵੀ ਨਹੀਂ ਸੋਚਿਆ ਸੀ ਕਿ ਸਾਡੇ ਏਦਾਂ ਸੱਟਾਂ ਮਾਰੀਆਂ ਜਾਣਗੀਆਂ। ਪੁਲਿਸ ਨੇ ਉਹਨਾਂ ਦੀ ਕੰਪਲੇਂਟ ਜਿਹੜੀ ਲਿਖੀ ਹੈ, ਤੁਹਾਡੀ ਕੰਪਲੇਂਟ ਨਹੀਂ ਲਿਖੀ? ਪੁਲਿਸ ਲਿਖੀ ਅਸੀਂ ਐਮਐਲਆਰ ਪਰ ਮੈਂ ਮਾਫੀ ਚਾਹੂੰਗਾ, ਸਾਨੂੰ ਕਾਨੂੰਨੀ ਗੱਲਾਂ ਬਾਰੇ ਨਹੀਂ ਪਤਾ ਜਿੰਨੀਆਂ ਉਹਨਾਂ ਨੂੰ ਪਤਾ। ਉਹਨਾਂ ਦਾ ਪੇਸ਼ਾ ਆ, ਸਾਡਾ ਇਹ ਪੇਸ਼ਾ ਨਹੀਂ ਹੈਗਾ, ਠੀਕ ਹੈ ਜੀ। ਸਾਨੂੰ ਉਹਨਾਂ ਨੇ ਕੀ ਕੀਤਾ ਜੀ, ਹਰੇਕ ਸਾਡੇ ਪੇਜ ਤੁਸੀਂ ਵੀ ਦੇਖੇ ਨਹੀਂ, ਠੀਕ ਹੈ ਨਾ। ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਪਰਿਵਾਰ ਜੁੜੇ ਹੋਏ ਨੇ ਆਪਣੇ ਨਾਲ, ਤੇ ਸਾਡੇ ਨਾਲ ਪਰਿਵਾਰ ਹੀ ਸਾਨੂੰ ਦੇਖਦੇ ਨੇ, ਪਰਿਵਾਰ ਹੀ ਸਾਨੂੰ ਪਿਆਰ ਕਰਦੇ ਨੇ। हर एक कमेंट, हर वीडियो के नीचे जाके उन्होंने बड़ा गलत बोलना शुरू करता कि मिस्टर मिसेस देवगन फैमिली इन्होंने अपनी ताई को कुटिया। सबूत दो, वो तुहाडे कैमरे दा ऑन सीगे, साडा नहीं सीगा ऑन, तुहाडे ऑन सीगे। सबूत दो असीं कुटिया ताई नूं। ताई उत्थे है ही नहीं सी जदों हथों पाई हुई आ। ताई दा कैमरा फड़ के वीडियो बना रही सी छत दे उत्ते, जे असीं कलेश करना हुंदा असीं भी चढ़ जाते उत्ते। आज इस दिन ये जोड़ते हैं जी कि उन्होंने तो पर्चा दर्ज हो गया बगैर किसी भी कॉम्प्रोमाइज जो सेल्फ रिस्पेक्ट ਨੂੰ ਢਾਹ ਲਾਈ ਆ ਸਾਡੀ ਫੈਮਿਲੀ ਦਾ। ਤੁਹਾਨੂੰ ਪਤਾ ਏਦਾਂ ਦਾ ਕੰਮ ਅਸੀਂ ਕਦੇ ਜ਼ਿੰਦਗੀ 'ਚ ਨਹੀਂ ਕਦੇ ਕੀਤਾ, ਕਦੇ ਸੋਚਿਆ ਨਹੀਂ। ਇਹ ਬੰਦੇ ਕਹਿੰਦੇ ਨੇ ਫੇਮ ਲੈਣ ਨੂੰ ਅਸੀਂ ਰੋਜ਼ ਵੀਡੀਓ ਬਣਾ ਰਹੇ ਹਾਂ, ਰੋਜ਼ ਪਾ ਰਹੇ ਹਾਂ, ਸਾਨੂੰ ਫੇਮ ਦੀ ਲੋੜ ਹੈ।
ਸਾਨੂੰ ਫਿਲਮ ਕੀ ਲੋੜ ਹੈ, ਸਾਡਾ ਵਧੀਆ ਚੱਲਦਾ। ਬਾਹਰ ਫਿਰ ਦੁਬਾਰਾ ਪੁਲਿਸ ਨੇ ਤੁਹਾਡੀ ਕੰਪਲੇਂਟ ਲਿਖੀ? ਹਾਂਜੀ ਲਿਖੀ ਹੈ ਜੀ, ਉਹਨਾਂ ਨੇ ਅੱਜ ਦਾ ਟਾਈਮ ਰੱਖਿਆ ਸੀਗਾ ਜੀ, ਪਰ ਮੰਮੀ ਦੇ ਹਸਪਤਾਲ 'ਚ ਐਡਮਿਟ ਹੋਣ ਕਰਕੇ ਅਸੀਂ ਨਹੀਂ ਜਾ ਸਕੇ। ਆਹ ਕਾਨਫਰੰਸ ਤੋਂ ਬਾਅਦ ਅਸੀਂ ਉੱਥੇ ਹੀ ਜਾਵਾਂਗੇ। ਜੇ ਪਾਪ ਦੇ ਸੱਤਾਂ ਬੁੱਤਾਂ ਲੱਗੀਆਂ ਹੋ ਸਕਦਾ ਲੱਗਿਆ ਹੋਣ ਜੀ, ਕਿਉਂਕਿ ਅਸੀਂ ਨਹੀਂ ਦੇਖੀ। ਮੈਨੂੰ ਦੇਖਿਆ ਹੀ ਨਹੀਂ, ਨਹੀਂ ਅਸੀਂ ਮਾਰੀਆਂ ਨੇ। ਕਿਉਂਕਿ ਅਸੀਂ ਆਪਣਾ ਬਚਾਓ ਕੀਤਾ, ਕਿਤੇ ਬਹੁਤ ਜ਼ੋਰ ਦੀ ਹਮਾਰੇ ਸੱਟਾਂ ਲੱਗੀਆਂ, ਲਿੰਦੇ ਨੂੰ ਧੱਕੇ ਮਾਰੇ ਗਏ ਜੀ, ਠੀਕ ਹੈ ਜੀ, ਮਨਪ੍ਰੀਤ ਨੂੰ ਧੱਕੇ ਮਾਰੇ ਗਏ। ਬਚਾਓ ਦੇ ਵਿੱਚ ਮੇਰੇ ਸਾਡੂ ਵੀ ਆਏ, ਉਹਨੇ ਪਰ ਉਹ ਦੂਰ ਤੱਕ ਕਹਿੰਦੇ ਨਾ ਕਰੋ ਨਾ ਕਰੋ, ਮੇਰੇ ਮਦਦ ਜਿਸ ਕਰਕੇ ਇਹ ਕਾਨਫਰੰਸ ਸਿਰਫ ਮਾਂ ਕਰਕੇ ਆ। ਅਸੀਂ ਹੁੰਦੇ ਨਾ, ਅਸੀਂ ਫੈਮਿਲੀ ਡਿਸਪਿਊਟ ਆ, ਅਸੀਂ ਕਿਸੇ ਕਾਉਂਸਲਰ ਕੋਲ ਚਲੇ ਜਾਂਦੇ ਜੀ, ਐਮਐਲਏ ਕੋਲ ਚਲੇ ਜਾਂਦੇ ਜੀ, ਸਾਡਾ ਫੈਸਲਾ ਕਰੋ, ਸਾਡੇ ਨਾਲ ਆ ਕੁਛ ਹੋਇਆ, ਪਰ ਇਹ ਸਾਡੀ ਮਾਂ ਤੇ ਕੀਤਾ ਗਿਆ। ਅਸੀਂ ਪੁੱਛਦੇ ਹਾਂ ਆਪਣੀ ਮਾਂ ਨੂੰ, ਜਿਹਨੇ ਜਨਮ ਦਿੱਤਾ ਸਾਨੂੰ ਦੁਨੀਆ ਦਿਖਾਈ ਹੈ, ਸਾਡੀ ਮਾਂ ਤੇ ਸਿਰ ਦੇ ਉੱਤੇ ਮੁੱਕੇ ਮਾਰ, ਉਹਦੇ ਬਾਲ ਕਿੱਥੇ? ਜਿਹੜੇ ਬਹੁਤ ਭਾਵ ਨਾਲ ਹੋ ਤੁਸੀਂ ਅਜੇ ਲੜਾਈ ਤੁਹਾਨੂੰ ਇਹ ਲੜਨੀ ਪਏਗੀ। ਉਹਨਾਂ ਕੇ ਐਡਮਿਟ ਮੰਮੀ ਇਸ ਦਾ ਹਸਪੀਟਲ ਦਾ ਹੈ ਜੀ, ਅਮਰ ਜਿੰਜਰ ਹਸਪੀਟਲ ਹੈ ਜੀ, ਉੱਥੇ ਦਾਖਲ ਨੇ। ਹਾਂਜੀ ਰਾਤ ਨੂੰ ਕੁਝ ਠੀਕ ਹੈ। ਅਮਰ ਵਕੀਲ ਆਰਐਸ ਮੰਡ ਜੀ ਨੇ। ਆਵੇ ਸਾਡੇ ਨਾਲ ਜਿਹੜੇ ਸਾਡੇ ਵਕੀਲ ਨੇ, ਸਾਡਾ ਕੇਸ ਲੜਦੇ ਪਏ। ਆਰਐਸ ਮੰਡ ਭਾਈ ਜਿਹਦੇ ਨਾਲ ਝਗੜਾ ਵੱਡੀ ਜਿਹਦੇ ਨਾਲ ਝਗੜਾ ਜਿਹੜਾ ਉਹਦਾ ਵਕੀਲ ਪਾਸ ਜਗਪਾਲ ਸਿੰਘ ਜੀ, ਜਗਪਾਲ ਸਿੰਘ। ਭਾਜੀ ਹਾਂਜੀ, ਪਾਪ ਨੂੰ ਨਾਮ ਰੱਖਿਆ ਅਗਰ ਤੁਸੀਂ ਵਾਲੀ ਜਾਣਕਾਰੀ ਦੇ ਤੁਸੀਂ ਕੀ ਹੋਇਆ? ਇਸ ਦੇ ਵਿੱਚ ਕੋਲ ਗਏ ਉਸ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਆਏ ਨੇ, ਮੰਮੀ ਨੀਚੇ ਚਲੇ ਗਏ, ਉਹ ਬੋਲਦੇ ਪਏ ਸੀਗੇ ਲਗਾਤਾਰ ਕੰਟੀਨਿਊ, ਮਾਪੀ ਨਾ ਗਿਆ ਭਾਬੀ ਭਾਬੀ, ਉਹ ਬੋਲਦੇ ਪਏ ਨੇ। ਅਸੀਂ ਸਾਰੇ ਜਣੇ ਭੱਜ ਕੇ ਨੀਚੇ ਗਏ ਆ, ਤੇ ਚਲੋ ਮੰਮੀ ਅਸੀਂ ਹਾਲਤ ਦੇਖੀ ਆ ਕਿ ਮੰਮੀ ਕਿੱਦਾਂ ਤੜਫ ਰਹੇ ਨੇ। ਉਹ ਤੋਂ ਬਾਅਦ ਅਮਰ ਜਦੋਂ ਉਹਨੇ ਗੱਲ ਕਰਿਆ ਕਿ ਤੂੰ ਮੰਮੀ ਦੇ ਉੱਤੇ ਹੱਥ ਕਿਉਂ ਲਾਇਆ, ਅਮਰ ਤੇ ਮਾਰਿਆ। ਉਹ ਤੋਂ ਬਾਅਦ ਚਲੋ ਫਿਰ ਬੰਦਾ ਸੈਲਫ ਡਿਫੈਂਸ ਲਈ ਕਰਦਾ ਹੀ ਆ, ਇੱਕ ਬੰਦਾ ਸਾਹਮਣੇ ਕੋਲ ਬਾਰ ਕਰਦਾ ਪਿਆ ਤਾਂ ਸੈਲਫ ਡਿਫੈਂਸ ਲਈ ਰੋਕੂਗਾ ਤਾਂ ਸਹੀ ਨਾ। ਸੋ ਕਰਦੇ ਕਰਦੇ ਹਾਥਾਪਾਈ ਹੋ ਗਈ ਤੇ ਉਹਨਾਂ ਨੇ ਚਲੋ ਬਾਕੀ ਪਹਿਲਾਂ ਵੀ ਕਦੇ ਇਸ ਡਿਸਪਿਊਟ ਨਾਲ ਕੋਈ ਮਾੜੀ ਮੋਟੀ ਬਹਿਸ ਹੋਈ ਹੋਵੇ ਜਾਂ ਕੋਈ ਇਦਾਂ ਵੀਰ ਜੀ ਹਮੇਸ਼ਾ ਇਹ ਚੀਜ਼ ਹੋਈ ਹੈ ਕਿ ਉਹ ਬੋਲਦੇ ਸੀਗੇ, ਜੀ। ਪਰ ਅਸੀਂ ਸਾਡੇ ਕਦੀ ਅਸੀਂ ਕਦੇ ਵੀ ਇਹ ਨਹੀਂ ਬੋਲੇ ਨਾ ਕਿ ਛੋਟਾ ਆਪਾਂ ਨੂੰ ਲੋੜ ਹੀ ਕੀ ਨਹੀਂ। ਨਾਲੇ ਬਾਈ ਵੀ ਕਹਿੰਦੇ ਵੀ ਘਰ ਬੁਲਾ ਰਹੇ ਆ ਉਹਨਾਂ ਦਾ, ਇੱਥੇ ਕੋਈ ਨਜ਼ਦੀਕ ਜਿਹੜਾ ਬੋਲਦੇ ਸੀ ਰਾਣਾ ਇਹ ਇੱਥੇ। ਦਾਦਾ ਜੀ ਦਾ ਘਰ ਹੋ ਗਿਆ ਨਾ, ਅੱਛਾ ਇੱਥੇ ਆਉਂਦੇ ਸੀ। ਦਾਦਾ ਜੀ ਇੱਥੇ ਰਹਿੰਦੇ ਸੀ, ਦਾਦਾ ਅੱਛਾ ਦਾਦੀ। ਜਦੋਂ ਓਕੇ ਹਾਂਜੀ ਉਹ ਬੁਲਾਰੇ ਪਿੰਡ ਰਹਿੰਦੇ ਨੇ, ਦਾਦਾ ਦਾਦੀ ਇੱਥੇ ਰਹਿੰਦੇ ਸੀਗੇ। ਓਕੇ ਓਕੇ ਹੁਣ ਇਸੇ ਜਗ੍ਹਾ ਦਾ ਨੂੰ ਲੈ ਕੇ ਜਿਹੜਾ ਹਾਂਜੀ dispute ਜਿਹੜੇ ਹੈਗਾ ਦਾਦਾ ਦਾਦੀ ਜਿੱਥੇ ਰਹਿ ਰਹੇ ਸੀ ਉਸ ਜਗ੍ਹਾ ਨੂੰ ਲੈ ਕੇ ਹੀ ਇਹ ਉਹ ਇਸ ਟਾਈਮ ਲੋਕ ਆ ਉਹ ਜਗ੍ਹਾ ਜੀ ਜਿੱਥੇ ਰੌਲਾ ਜਿਹੜੇ ਜਿਹੜਾ ਉਹ ਲੋਕ ਤੇ ਉਹਦਾ ਜਿਹੜਾ ਕੇਸ ਉਹ ਚੱਲ ਰਿਹਾ ਕੋਰਟ ਦੇ ਵਿੱਚ। ਕੇਸ ਚੱਲਦਾ ਤੇ ਜਿਹੜਾ 14 ਤਰੀਕ ਨੂੰ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਨਾ ਜੀ, ਉਹ ਆ ਕੇ ਬੋਲੇ ਨੇ, ਅਸੀਂ ਉਦੋਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜੀ, ਪੀਸੇ ਵਾਲੇ ਭਾਜੀ ਆਏ ਨੇ, ਸਾਰੇ ਜਣੇ ਆਏ ਨੇ, ਤੇ ਉਹਨਾਂ ਨੇ ਉਦੋਂ ਆ ਕੇ ਇਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਜਿੱਥੇ ਹੈਗੀ ਆ ਉੱਥੇ ਇਹ ਰੋਕ ਦਿਓ, ਤੇ ਜਿਹੜਾ ਕੁਝ ਵੀ ਚੱਲਦਾ ਪਿਆ ਉਹ ਕੋਰਟ ਦੇ ਜ਼ਰੀਏ ਚੱਲੂਗਾ। ਕੋਰਟ ਦੇ ਵਿੱਚ ਕੀ ਕਾਰਵਾਈ ਚੱਲਦੀ ਹੈ ਇਸ ਕੇਸ ਨੂੰ? ਜਿਹੜੇ ਕੋਰਟ ਦੇ ਜ਼ਰੀਏ ਸਾਡੇ ਕੋਲ ਰਜਿਸਟਰਡ ਜਿਹੜਾ ਉੱਥੇ ਦੀ ਕੋਰਟ ਹੈ ਸਿਵਲ ਦੀ, ਉਹਦੀ ਸਾਡੇ ਕੋਲ ਬਕਾਇਦਾ ਬੇਲ ਹੈ, ਸਟੇ ਹੈ ਜੀ ਇਨ ਦਾ ਸੈਂਸ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਕੰਸਟਰਕਸ਼ਨ ਤੇ ਉਹਨਾਂ ਚੀਜ਼ਾਂ ਤੇ ਰੋਕ ਲਗਾ ਦਿੱਤੀ ਹੈ, ਉਹ ਵੇਚ ਨਹੀਂ ਸਕਦੇ। ਜੀ ਠੀਕ ਹੈ ਜੀ। ਸਾਲ ਤੋਂ ਤੇਲ ਲੱਗੀ ਹਾਂਜੀ ਕਦੋਂ ਤੋਂ ਲੱਗੀ ਹੈ ਜੀ? ਭਾਜੀ ਸਾਨੂੰ ਪਤਾ ਹੀ ਹੋਣ ਲੱਗਿਆ ਜਦੋਂ ਉਹਨਾਂ ਨੇ ਬਿਆਨਾ ਕਰਤਾ ਜਗ੍ਹਾ ਦਾ। ਡਾਕੂਮੈਂਟ ਵਗੈਰਾ ਹੈਗਾ ਕੋਰਟ ਦਾ ਕੋਈ ਸਟੇ ਦੇ ਜਿਹੜਾ ਤੁਹਾਡੇ ਹਾਂਜੀ ਕੇਸ ਜਿਹੜਾ ਫਾਈਲ ਕੀਤਾ ਹੋਇਆ ਉਹਦੇ ਹੈਗੇ ਨੇ ਕਿ ਵੀ ਇਸ ਚੀਜ਼ ਦਾ ਡਿਸਪਿਊਟ ਹੈ ਜੀ। ਨਾ ਜੀ, ਉਹ ਮਾਨਯੋਗ ਅਦਾਲਤ ਕੀ ਕਰੂਗੀ, ਜਿਹੜਾ ਕੁਝ ਕਰੂਗੀ। ਠੀਕ ਹੈ ਜੀ। ਸੋ ਇਹਨਾਂ ਬਾਕੀ 20 ਤਰੀਕ ਨੂੰ ਹੀਅਰਿੰਗ ਹੈ, ਉਹਨਾਂ ਨੂੰ ਇਦਾਂ ਸੀਗਾ ਵੀ 20 ਤਰੀਕ ਤੋਂ ਪਹਿਲਾਂ ਕੋਈ ਹੱਲਾ ਕਰ ਦਈਏ ਜੀ, ਅਸੀਂ ਕੋਈ ਕੁਛ ਨਾ ਕੁਛ ਐਸਾ ਕਰਦੀ ਹੈ ਕਿ ਇਹ ਝੂਠੇ ਬੈਠ ਤੁਸੀਂ ਉਸ ਪ੍ਰਾਪਰਟੀ ਨੂੰ
ਤੁਹਾਡੇ ਤੁਸੀਂ ਆਪਣਾ ਕਿਵੇਂ ਪੱਖ ਰੱਖਦੇ ਹੋ ਉਸ ਪ੍ਰਾਪਰਟੀ ਨੂੰ, ਕੀ ਚਾਹੁੰਦੇ ਹੋ ਵੀ ਕਿਵੇਂ ਵੰਡ ਹੋਵੇ, ਉਹਦੇ ਕੀ ਤੁਹਾਡਾ ਮੇਰੇ ਅਸੀਂ ਤਾਂ ਕਹਿੰਦੇ ਛੱਡ ਦਿੰਦੇ ਯਾਰ, ਅਸੀਂ ਮੇਰੇ ਸਾਨੂੰ ਡੌਗ ਕਿਤੇ ਹੈ ਨਹੀਂ। ਸਾਨੂੰ ਪ੍ਰਾਪਰਟੀ ਦਾ ਨਹੀਂ ਹੈ, ਸਾਨੂੰ ਇਹ ਵੀ ਨਹੀਂ ਕਿ ਸਾਨੂੰ ਹਿੱਸਾ ਦਿਓ ਫਗਣਾ ਦਿਓ, ਅਸੀਂ ਪ੍ਰਾਪਰਟੀ ਕਰਕੇ ਨਹੀਂ ਕਰਦੇ ਪਏ ਸਾਰਾ ਕੁਝ, ਉਹ ਸਾਰਾ ਕੁਝ ਮਾਨਯੋਗ ਅਦਾਲਤ ਦੇਖੋਗੀ। ਇਹ ਸਿਰਫ ਜਿਹੜਾ ਸਾਡੇ ਤੇ ਹਮਲਾ ਹੋਇਆ ਇਹ ਉਸ ਚੀਜ਼ ਦੇ ਰਿਗਾਰਡਿੰਗ ਮੈਂ ਬੋਲਣਾ ਚਾਹੁੰਦਾ। ਅਗਰ ਤੁਸੀਂ ਦੇਣ ਤੇ ਜਾਂ ਦਾਨ ਦੇਣੇ ਤਾਂ ਕਹਿੰਦੇ ਚਲੋ ਵਧੀਆ ਗੱਲ ਹੈਗੀ ਆ, ਪਰ ਜਿਹੜਾ ਕੇਸ ਕੀਤਾ ਹੋਇਆ ਉਹ ਕਿਹੜੀਆਂ ਦੋ ਪਾਰਟੀਆਂ ਵੱਲੋਂ ਫਿਰ ਹੋਇਆ, ਦੂਸਰੀ ਧਿਰ ਕਿਹੜੀ ਹੈਗੀ? ਭਾਜੀ ਜਿਹੜਾ ਇਹ ਕੇਸ ਹੋਇਆ ਸੀ ਨਾ, ਇਹ ਇਹਨਾਂ ਦੇ ਜਿਹੜੇ ਬਹਿਸ ਕਰਦੇ ਨੇ, ਬੋਲਦੇ ਨੇ, ਮੰਮੀ ਨੂੰ ਗਾਲਾਂ ਕੱਢਦੇ ਨੇ, ਮਜਬੂਰ ਹੋ ਕੇ ਸਾਨੂੰ ਕਰਨਾ ਪੈਂਦੀ। ਅਸੀਂ ਤਾਂ ਜਗ੍ਹਾ ਦੇ ਵਿੱਚ ਹੈ ਹੀ ਨਹੀਂ ਸੀਗੇ, ਛੱਡੀ ਹੋਈ ਸੀ, ਸਾਨੂੰ ਨਹੀਂ ਸੀ, ਸਾਨੂੰ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹੋਇਆ ਸਾਨੂੰ। ਲੜਾਈ ਦਾ ਜੀ ਅਗਰ ਜਗ੍ਹਾ ਦਾ ਹੀ ਮੇਨ ਰੋਲਾ, ਅਗਰ ਜਗ੍ਹਾ ਹੀ ਇਹਨਾਂ ਕੋਲ ਸੀਗੀ ਤਾਂ ਫਿਰ ਕਿਸ ਚੀਜ਼ ਦਾ ਇਹਨਾਂ ਦੇ ਕੋਲ ਨਹੀਂ ਸੀਗੀ ਜਗ੍ਹਾ, ਸਾਡੇ ਦਾਦਾ ਜੀ ਦੇ ਨਾਮ ਤੇ, ਹਲੇ ਵੀ ਦਾਦਾ ਜੀ ਦੇ ਨਾਮ ਤੇ ਹੀ ਦਾਦਾ ਜੀ ਦੇ ਵਾਰਿਸ ਕੋਲ ਨੇ, ਮੇਰਾ ਪਿਓ ਇਹ ਸਾਡੇ ਸਤਿਕਾਰਯੋਗ ਭਰਾ ਹੈ, ਠੀਕ ਹੈ ਜੀ, ਉਹ ਦੋਨੇ ਹੈ ਨਹੀਂ, ਉਹਨਾਂ ਦੇ ਵਾਰਿਸ ਕੋਲ ਨਹੀਂ। ਇੱਕ ਬੰਦਾ ਇਹ ਕਹਿ ਰਿਹਾ ਵੀ ਦਾਦੇ ਨੇ 6 ਪੋਤੇ ਪੋਤੀਆਂ ਨੂੰ ਛੱਡ ਕੇ ਮੇਰੇ ਇਕੱਲੇ ਦੇ ਨਾਂ ਤੇ ਕਰਾਤੀ, ਏਦਾਂ ਹੋ ਜੂਗਾ ਜੀ? ਮੈਂ ਸਿਰਫ ਇਹ ਆ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਰਿਗਾਰਡਿੰਗ ਇਹ ਜੋ ਸਾਡੇ ਲਈ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਮੈਂਟਾਂ ਦੇ ਵਿੱਚ, ਸਾਡੇ YouTube ਤੇ Facebook ਦੇ ਉੱਤੇ ਉਹੀ ਗਲਤ ਆਈਡੀਆ ਬਣਾ ਕੇ ਉਹ ਗਲਤ ਬੋਲਦੇ ਨੇ। ਇੱਕ ਛੋਟਾ ਜਿਹਾ ਮੈਸੇਜ ਮੈਂ ਪੜੂੰਗਾ, ਉਹ ਦੱਸਿਓ ਉਹ ਕਿੱਥੇ ਤੱਕ ਸਹੀ ਹੈ। ਟਿੱਕੂ, ਮੇਰਾ ਘਰ ਦਾ ਨਾਮ ਟਿੱਕੂ ਹੈ ਜੀ, ਇਹ ਕਿਹਨੂੰ ਪਤਾ ਹੋ ਸਕਦਾ ਮੇਰੇ ਘਰ ਦਾ ਨਾਮ? ਟਿੱਕੂ ਮੇਰੀ ਬਦਦੁਆ ਹੈ ਤੈਨੂੰ, ਜਿੰਨਾ ਤੂੰ ਝੂਠ ਬੋਲਦਾ। ਇੱਕ ਤਰੀਕੇ ਨਾਲ ਆਪਣੀ ਸਫਾਈ ਪੇਸ਼ ਕੀਤੀ ਗਈ ਆ ਕਿ ਹਾਂ ਲੋਕੀ ਵੀ ਪੜਨਗੇ ਕਿ ਤੂੰ ਝੂਠ ਬੋਲਦਾ। ਰੱਬ ਕਰੇ ਤੇਰੇ ਨਾਲ ਵੀ ਸੇਮ ਸਟੋਰੀ ਵਾਪਰੇ ਜੋ 25 ਸਾਲ ਪਹਿਲਾਂ ਹੋਇਆ ਸੀ, ਸਡਨਲੀ ਹੋਇਆ ਸੀ, ਪਰ ਤੂੰ ਮਰੇ, ਮੈਨੂੰ ਕਹਿਣਾ ਵੀ ਤੂੰ ਮਰੇ, ਤੇਰੀ ਜਨਾਨੀ ਮੈਨੂੰ ਦੀ ਗੱਲ ਦਰ ਦੀਆਂ ਠੋਕਰਾਂ ਖਾਵੇ, ਤੇਰੇ ਬੱਚੇ ਦੀਆਂ ਫੀਸਾਂ ਦੇਣ ਲੱਗੇ, ਤੇਰੇ ਸਗੇ ਭਰਾ ਬਬਲੂ ਉਹਨਾਂ ਨੂੰ ਗਾਲਾਂ ਕੱਢੇ, ਉਹਦਾ ਘਰ ਦਾ ਨਾਮ ਬਬਲੂ ਹੈ ਜੀ, ਕਿ ਬਬਲੂ ਉਹਨਾਂ ਨੂੰ ਗਾਲਾਂ ਕੱਢੇ। ਤੇਰੀ ਮਾਂ ਦੀ ਬੀਬੀ ਜਿਹੜੀ ਸਾਡੀ ਦਾਦੀ ਸੀ, ਉਹਦੀ ਮਾਨਸਿਕ ਹਾਲਤ ਮੈਂ ਤੁਹਾਨੂੰ ਦੱਸ ਕੇ ਹਟਿਆ, ਨਾਲੇ ਉਹਦੀ ਬੱਤਰ ਹਾਲਤ ਹੋ ਜਾਵੇ, ਜਿਵੇਂ ਉਹ ਆਪਣੇ ਪੁੱਤਾਂ ਦੇ ਵਿਰਾਗ ਚ ਤੜਫਦੀ ਸੀ, ਤੇਰੀ ਮਾਂ ਨੂੰ ਵੀ ਉਹੀ ਤੜਫਣਗੇ। ਮਤਲਬ ਮੇਰੇ ਤਾਇਆ ਜੀ ਤੇ ਮੇਰੇ ਫਾਦਰ ਸਾਹਿਬ ਚਲੇ ਗਏ ਸੀ ਜਵਾਨੀ ਦੇ ਵਿੱਚ, ਠੀਕ ਹੈ ਜੀ, ਉਹ ਮੇਰੀ ਮਦਰ ਨੂੰ ਬਦਦੁਆ ਦੇ ਰਹੀ ਹੈ ਕਿ ਤੇਰੀ ਮਾਂ ਨੂੰ ਵੀ ਉਹੀ ਦਰਦ ਮਿਲੇ, ਕਿ ਅਸੀਂ ਦੋਨੇ ਮਰ ਜਾਈਏ। ਜਿਵੇਂ ਉਹ ਆਪਣੇ ਇਹ ਤੇਰੀ ਬਦਦੁਆ ਹੈ ਤੈਨੂੰ, ਜਿਵੇਂ ਤੂੰ ਆਪਣੇ ਪਿਓ ਦਾ ਜਿਹੜਾ ਦੁੱਬਰ ਕੀਤਾ, ਉਵੇਂ ਤੇਰਾ ਮੁੰਡਾ ਤੈਨੂੰ ਤੰਗ ਕਰੇ ਤੇ ਸੁਸਾਈਡ ਕਰ ਲਵੇ। ਮੇਰਾ ਛੋਟਾ ਬੱਚਾ ਉਹਨੂੰ ਕਹਿੰਦੀ ਸੁਸਾਈਡ ਕਰਦਾ। ਠੀਕ ਹੈ ਤੁਸੀਂ ਇੱਕ ਮੈਸੇਜ ਬਣਾਇਆ ਜੀ, ਸਿਰਫ ਇੱਕ ਮੈਸੇਜ ਪੜ੍ਹ ਇਹ ਜੋ ਲਿਖਿਆ ਗਿਆ ਉਹ ਦੱਸਿਆ, ਜੋ ਬੋਲਿਆ ਜਾਂਦਾ ਉਹ ਨਹੀਂ ਅਸੀਂ ਦੱਸ ਸਕਦੇ। ਸਰ ਸਾਡੇ ਸਾਹਮਣੇ ਕੱਢ ਕੇ ਸਾਡੇ ਪਿਓ ਨੂੰ, ਸਾਡੀ ਮਾਂ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਤੇ ਦੱਸ ਨਹੀਂ ਸਕਦੇ ਹੈਗੇ। ਕੋਈ ਆਪਣੇ ਮਾਂ ਪਿਓ ਨੂੰ ਗਾਲਾਂ ਸੁਣੂਗਾ, ਸਾਡੇ ਮਰੇ ਹੋਏ ਪਿਓ ਨੂੰ ਸਾਹਮਣੇ ਕੱਢ ਕੇ ਗਾਲਾਂ ਕੱਢਦੇ ਨੇ, ਇੰਨਾ ਗੰਦ ਪੱਕਦੇ ਨੇ ਨਾ, ਇੱਥੇ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਤੇ ਹੁਣ ਕਮੈਂਟਾਂ ਦੇ ਵਿੱਚ ਇੰਨਾ ਝੂਠ, ਤਲਵਾਰਾਂ ਸੀਗੀਆਂ, ਤੇਜ਼ ਹਥਿਆਰ ਸੀ, ਰਾੜ ਸੀ, ਨਾਲੇ ਸਾਰਾ ਘਰ ਇੱਕ ਤੇਜ਼ ਹਥਿਆਰ ਵੀ ਤੁਹਾਨੂੰ ਲੱਭ ਜਾਵੇ, ਇੱਕ ਡੰਡਾ ਤੱਕ ਵੀ ਲੱਭ ਜਾਵੇ ਤੁਹਾਨੂੰ। ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੇ ਆਸ ਪੜੋਸ ਦੇ ਲੋਕ ਤੁਹਾਡੇ ਨਾਲ ਬਿਲਕੁਲ ਸਾਰੇ ਇੱਕ ਵਾਰ ਆ ਸਕਦੇ ਨੇ? ਪਿੱਛੇ ਸਾਰੇ ਉਹ ਤੁਹਾਨੂੰ ਆਪ ਦੱਸਣਗੇ। ਅੱਜ ਤੱਕ ਅਸੀਂ ਆਪਣੀ ਤਾਈ ਨੂੰ ਨਹੀਂ ਗਾਲ ਕੱਢੀ, ਕਦੇ ਤਾਏ ਨੂੰ ਨਹੀਂ ਗਾਲ ਕੱਢੀ, ਅਸੀਂ ਗਾਲ ਕੱਢ ਕੇ ਗੱਲ ਕਰਦੇ ਹੀ ਨਹੀਂ, ਤੇ ਉਹ ਇੰਨਾ ਗੰਦ ਪੱਕਦੇ ਨੇ ਸਾਹਮਣੇ ਕੱਢ ਕੇ। ਤੇਜਿੰਦਰ ਤੁਸੀਂ ਇਹ ਕਹਿੰਦੇ ਵੀਰੇ ਆਪ ਲਾਈਨ ਦੇਈ ਨੇ, ਤੁਸੀਂ ਐਕਸਪਲੇਨ ਕਰ ਦੋ ਕਿ ਮਹੱਲਾ ਨਿਵਾਸੀ ਨੇ ਸਾਡੇ, ਇਹਨਾਂ ਨੂੰ ਆਪਾਂ ਬੁਲਾਉਣਾ ਨਹੀਂ ਹੈ ਵੀਰਾਂ ਅੱਗੇ ਨਹੀਂ ਆਇਓ ਅੰਕਲ ਜੀ ਅੰਕਲ ਜੀ ਦੋ ਤੁਸੀਂ ਪਾਣੀ ਪੀ ਲੈ ਵੀਰੇ ਯਾਰ।
ਭਾਬੀ ਇੱਧਰ ਵੀ ਆ ਜਾਓ ਮੰਮੀ। ਸਰਜੀ ਵੀਰੇ ਇੱਧਰ ਆ ਜਾਓ। ਭੁਪਿੰਦਰ ਅੰਕਲ, ਭੁਪਿੰਦਰ ਅੰਕਲ, ਭੁਪਿੰਦਰ ਅੰਕਲ, ਭੁਪਿੰਦਰ ਅੰਕਲ, ਆ ਵੀਰੇ ਆ ਜਾਓ। ਬਸ ਤੁਸੀਂ ਇੰਨਾ ਕੀ ਕਹਿਣਾ, ਨਾਮ ਕਿਸੇ ਦਾ ਨਹੀਂ, ਬਸ ਮਹੱਲਾ ਨਿਵਾਸੀ ਨੇ। ਇਹ ਮਹੱਲਾ ਨਿਵਾਸੀ ਨੇ ਜੀ ਸਾਰੇ। ਇੱਕ ਇਹ ਸਾਡੇ ਇਧਰ ਸਾਹਮਣੇ ਰਹਿੰਦੇ ਨੇ ਜੀ। ਸਾਹਮਣੇ ਹੀ ਜੋ ਹਾਂਜੀ, ਇਹ ਉਸ ਟਾਈਮ ਮੌਕੇ ਦੇ ਨਹੀਂ ਸਮਾਂ ਕੀ ਸੀ ਜਦੋਂ ਸਮਾਂ 2 ਵਜੇ 2 ਵਜੇ ਮਤਲਬ ਕਿ 15 ਤਰੀਕ ਨੂੰ ਕਿਹੜੇ ਉਹ ਮੁੱਖ ਦੋਸ਼ੀ ਨੇ ਜਿਨ੍ਹਾਂ ਉੱਪਰ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ? ਜਗਪਾਲ ਸਿੰਘ ਪ੍ਰਿਤਪਾਲ ਕੌਰ, ਜਿਨ੍ਹਾਂ ਨੇ ਤੇ ਜਿਹੜੇ 6-7 ਬੰਦੇ ਉਹਨਾਂ ਦੇ ਨਾਲ ਸੀ। ਉਹ ਤਾਈ ਸਾਡੀ ਉਸ ਟਾਈਮ ਉੱਥੇ ਹੈ ਨਹੀਂ ਸੀ, ਝੂਠ ਨਹੀਂ ਬੋਲਾਂਗੇ ਤਾਈ ਤੇ ਅਸੀਂ ਕੋਈ ਐਕਸ਼ਨ ਨਹੀਂ ਲਵਾਂਗੇ, ਕਿਉਂਕਿ ਤਾਈ ਨੇ ਕੁਝ ਸਿਰਫ ਗਾਲਾਂ ਕੱਢੀਆਂ ਨੇ ਉਹਨੇ। ਹਾਂ, ਪਰ ਉਹਨੇ ਹੱਥੋਂ ਪਾਈ ਨਹੀਂ ਕੀਤੀ। ਜਿਹੜੇ ਉਹ 6-7 ਬੰਦੇ ਸੀ ਉਹ ਅਣਪਛਾਤੇ ਨੇ ਜਾਂ ਉਹਨਾਂ ਦੀ ਪਛਾਣ ਹੈਗੀ ਹੈ? ਉਹਨਾਂ ਦੇ ਵਿੱਚ ਇੱਕ ਕੌਣ ਸੀ, ਰਿੱਕੀ ਨਾਮ ਦਾ ਮੁੰਡਾ ਸੀਗਾ ਜੀ, ਉਹ ਸੀਗਾ ਜੀ। ਬਾਕੀ ਨੂੰ ਅਸੀਂ ਪਛਾਣ ਗਏ। ਲੇਡੀ ਕੌਣ ਹੈ ਜਿਹਨਾਂ ਦਾ ਨਾਮ ਲੈ ਰਹੇ ਹੋ? ਤਾਈ ਜੀ ਨੇ ਜੀ ਸਾਡਾ ਸਤਿੰਦਰ ਤੁਸੀਂ ਇੱਕ ਨਾਮ ਪਹਿਲਾਂ ਲੈਣਾ, ਦੂਸਰੇ ਦਾ ਪ੍ਰਿਤਪਾਲ ਕੌਰ, ਉਹ ਸਾਡੇ ਤਾਈ ਦੀ ਬੇਟੀ ਹੈ ਜੀ। ਤੁਸੀਂ ਇਹਨਾਂ ਨੂੰ ਕੁਝ ਵੀ ਪੁੱਛਣਾ ਇੰਨਾ ਸਾਰੇ ਆ ਕੇ ਇੰਨਾ ਹੀ ਬਹੁਤ ਹੋ ਗਿਆ। ਹਲੋ ਜੋ ਤੁਸੀਂ ਬੋਲਿਆ ਨਾ ਉਹ ਅਮਰ ਵੀਰੇ ਮੱਥਾ ਸਾਹਿਬ ਕਰ। 1.5 ਮਿੰਟ ਦੇ ਵਿੱਚ ਹੀ ਬੋਲਾ ਕਰਦਾ ਠੀਕ ਹੈ। ਉਹ ਸੀ ਕਹਿ ਰਹੇ ਮੂੰਹ ਸਾਫ਼ ਕਰੋ ਉਹਨੂੰ ਬਸ। ਓਕੇ ਜੀ, ਹਰ ਪੇ ਆ ਓਕੇ ਜੀ। ਦਵਿੰਦਰ ਸਿੰਘ ਨਾਮ ਹੈ ਜੀ। ਦੇਵਲਿਨ ਫੈਮਿਲੀ ਸਾਰੇ ਤੁਸੀਂ ਜਾਣਦੇ ਹੋ, ਪਿਆਰ ਕਰਦੇ ਹੋ ਜੀ। ਜਿਹੜੀ ਡਿਸਪਿਊਟ ਦੀ ਗੱਲ ਕਰ ਰਹੇ ਹੋ, ਇਹ ਜੋ ਸਾਡੇ ਤੇ 15 ਤੇ 2 ਵਜੇ ਹਮਲਾ ਹੋਇਆ ਉਹਦੇ ਬਾਰੇ ਹੈ ਜੀ। ਸਾਡੇ ਪਰਿਵਾਰ ਤੇ ਹਮਲਾ ਹੋਇਆ, ਸਾਡੀ ਮਦਰ ਨੂੰ ਮਾਰਿਆ ਗਿਆ, ਮੇਰੇ ਬੱਚੀਆਂ ਅਮਰ ਦੇ ਬੱਚੀਆਂ ਦੋ ਸਾਡੀਆਂ ਗਈਆਂ, ਬਾਕੀ ਦੇ ਮਾਰੀਆਂ ਗਈਆਂ। ਇਹ ਸਟੇਟਮੈਂਟ ਅਸੀਂ ਸਿਰਫ ਤਾਂ ਦੇ ਰਹੇ ਹਾਂ, ਅਸੀਂ ਨਹੀਂ ਕਰ ਸਕਦੇ ਤਾਂ ਕੁਝ ਕੀਤਾ ਨਹੀਂ। ਅਸੀਂ ਸਿਰਫ ਤਾਂ ਕਰ ਰਹੇ ਕਿਉਂਕਿ ਅਸੀਂ ਆਪਣਾ ਤੱਕ ਰੱਖੀਏ। ਦੂਜੀ ਚੀਜ਼ ਇਹ ਸੀਗੀ ਜੀ, ਸਾਡੇ ਸੋਸ਼ਲ ਜਿੰਨੇ ਵੀ ਚੈਨਲ ਚੱਲਦੇ ਨੇ, ਸਾਡੇ ਤੋਂ ਇਲਾਵਾ ਜਿਹੜੇ ਸਾਡੇ ਦੋਸਤਾਂ ਦੇ ਮਿੱਤਰਾਂ ਦੇ ਹੋਰ ਵੀ ਚੈਨਲ ਚੱਲਦੇ ਨੇ, ਉਹਨਾਂ ਦੇ ਉੱਤੇ ਗਲਤ ਕਮੈਂਟ ਕੀਤੇ ਗਏ ਕਿ ਬੇਗਨ ਫੈਮਿਲੀ ਏਦਾਂ ਦੀ ਆ। ਅਸੀਂ ਹਮੇਸ਼ਾ ਪਰਿਵਾਰ ਨੂੰ ਜੋੜ ਕੇ ਰੱਖਣ ਦੀ ਗੱਲ ਕੀਤੀ ਹੈ, ਤੋੜ ਕੇ ਰੱਖਣ ਦੀ ਨਹੀਂ। ਸਾਡੇ 14 ਨੂੰ ਮੇਰੇ ਬੇਟੇ ਦਾ ਬਰਥਡੇ ਸੀਗਾ ਜੀ, ਰਾਤ ਨੂੰ ਪਾਰਟੀ ਸੀ। ਇਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਸਾਰਿਆਂ ਨੇ ਚਲੇ ਜਾਣਾ, ਘਰੇ ਕੋਈ ਨਹੀਂ ਹੋ, ਅਸੀਂ ਜਾ ਕੇ ਤੋੜੇ ਤੋੜ ਦਾਂਗੇ। ਪਰ ਅਸੀਂ ਉਸ ਦਿਨ ਲੇਟ ਹੋ ਗਏ, ਅਸੀਂ ਨਹੀਂ ਗਏ। ਉਦੋਂ ਉਹ ਆਏ, ਉਹਨਾਂ ਨੇ ਤਾਲੇ ਤੋੜੇ ਜੀ। ਅਸੀਂ ਰੋਕਿਆ ਵੀ ਤੁਸੀਂ ਜਦ ਕੋਰਟ ਦੇ ਵਿੱਚ ਕੇਸ ਆ, ਤੁਸੀਂ ਇਹ ਕੁਝ ਕਿਉਂ ਕਰ ਰਹੇ ਹੋ? ਉਹ ਕਹਿੰਦੇ ਅਸੀਂ ਦੇਖ ਲਿਆ ਕੁਝ ਹੋ ਗਿਆ। ਉਹ ਤੋਂ ਬਾਅਦ ਉਹਨਾਂ ਨੇ ਤਾਲੇ ਤੋੜੇ ਤੋਂ ਬਾਅਦ ਅਸੀਂ ਉਦੋਂ ਚਲੇ ਗਏ, ਕਿਉਂਕਿ ਇਹ ਸਾਡਾ ਪਲਾਟ ਦਾ ਟਾਈਮ ਸੀਗਾ ਜੀ। ਤਾਲੇ ਕੋਲੇ ਉਹ ਪ੍ਰਾਪਰਟੀ ਕਿਹਦੀ ਹੈ? ਸਾਡੇ ਦਾਦੇ ਦੀ ਪ੍ਰਾਪਰਟੀ ਹੈ ਜੀ। ਉਹ ਤੁਹਾਡਾ ਵਿਵਾਦ ਕੀ ਚੱਲ ਰਿਹਾ? ਵਿਵਾਦ ਸਾਡਾ ਕੋਈ ਨਹੀਂ ਸੀ ਹੋਣਾ। ਇਹਨਾਂ ਨੇ ਸਿਰਫ ਸਾਡੀ ਮਦਰ ਨੂੰ ਗਾਲਾਂ ਕੱਢੀਆਂ। ਸਿਰਫ ਇੱਕ ਸੈਲਫ ਰਿਸਪੈਕਟ ਕੋਈ ਚੀਜ਼ ਹੁੰਦੀ ਹੈ ਜੀ, ਮਦਰ ਨੂੰ ਗਾਲਾਂ ਕੱਢੀਆਂ, ਸਾਡੀ ਮਾਂ ਨੂੰ ਬਹੁਤ ਕੱਢੀਆਂ ਜਿਹੜੀਆਂ ਅਸੀਂ ਕੋਈ ਵੀ ਪੁੱਤਰ ਨਹੀਂ ਸੁਣ ਸਕਦੇ। ਗੜੇ 'ਚ ਖੜ ਕੇ ਸਾਡੀ ਮੰਮੀ ਨੂੰ ਗਾਲਾਂ ਕੱਢੀ ਗਈਆਂ, ਸਾਡੇ ਡੈਡ ਨੂੰ ਗਾਲਾਂ ਕੱਢੀ ਗਈਆਂ, ਸਾਨੂੰ ਗਾਲਾਂ ਕੱਢੀ ਗਈਆਂ। ਵਿੱਚ ਰਿਸ਼ਤੇਦਾਰ ਪੈ ਗਏ ਕਹਿੰਦੇ ਪੁੱਤ ਕੋਈ ਨਾ ਤੂੰ ਛੱਡ ਦੇ। ਮੈਂ ਕਿਹਾ ਠੀਕ ਹੈ ਜੀ, ਛੱਡ ਦਿੰਦੇ ਹਾਂ। ਸਾਡੀ ਮਾਂ ਤੋਂ ਆ ਕੇ ਮਾਫੀ ਮੰਗ ਲੈਂਦੇ ਬਸ। ਜਿਹੜਾ ਤੁਹਾਡੇ ਨਾਲ ਕਹਿੰਦਾ ਕੋਈ ਲੜਾਈ ਝਗੜਾ ਹੋਇਆ ਉਹ ਕਿੰਨੇ ਦਿਨ ਹੋਇਆ ਤੇ ਕਿੰਨਾ ਕੱਲ 3 ਵਜੇ ਦੀ ਗੱਲ। ਕੌਣ ਸੀ?
ਉਹ ਜਗਪਾਲ ਸਿੰਘ ਪ੍ਰਿਤਪਾਲ ਕੌਰ ਸਤਿੰਦਰ ਕੌਰ ਇੱਕ ਰਿੱਕੀ ਹੈ ਤੇ ਨਾਲ 6-7 ਐਵੇਂ ਹੋਰ ਸੀ। ਤੁਹਾਡੇ ਕੀ ਰਿਲੇਸ਼ਨ ਹੋਣਾ ਮੇਰੇ ਤਾਇਆ ਜੀ ਸਗੇ ਤਾਏ ਦੇ ਬੇਟੇ ਬੇਟੀਆਂ ਨੇ ਜੀ। ਇੱਕ ਤੁਸੀਂ ਕਹਿੰਦੇ ਫੋਟੋ ਮਾਰ ਕਰ ਤੁਮਾ ਤੁਹਾਡੀ ਮਦਦ ਜ਼ਿਆਦਾ ਕਰਨੀ ਹੈ ਹਾਂਜੀ ਉਹਨਾਂ ਦੇ ਮੰਮੀ ਦੇ ਸਿਰ 'ਚ ਮੁੱਕੇ ਮਾਰੇ, ਮੰਮੀ ਸਰਵਾਈਕਲ ਦੇ ਮਰੀਜ਼ ਨੇ, ਉਹਨਾਂ ਦੇ ਮੰਮੀ ਦੇ ਸਿਰ 'ਚ ਮੁੱਕੇ ਮਾਰੇ, ਵਾਲ ਪੱਟੇ। ਹੁਣ ਹਾਂਜੀ ਦਵਿੰਦਰ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ? ਹੁਣ ਤੇਰੇ ਬਾਸੀ ਪਰਚਾ ਦਰਜ ਕਰਾਉਣਾ ਚਾਹੁੰਦਾ ਜਿਹਨੂੰ ਸਾਨੂੰ ਇਨਸਾਫ ਮਿਲੇ। ਸਾਡੀ ਮਾਂ ਦੇ ਜਿਹਨੂੰ ਮਾਰੀਆਂ ਨੇ ਉਹ ਮਾਫੀ ਮੰਗੇ। ਕਿਹਦੇ ਅਗੇਂਸਟ ਤੁਸੀਂ ਕਰਨਾ ਚਾਹੁੰਦੇ ਹੋ ਹੁਣ? ਪ੍ਰਿਤਪਾਲ ਕੌਰ ਤੇ ਜਗਪਾਲ ਸਿੰਘ 6-7 ਜਿਹੜੇ ਨਾਲ ਸੀ, ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ। ਓਕੇ ਠੀਕ ਹੈ ਜੀ। ਤੁਹਾਡੇ ਕਿੰਨੀ ਕਿੰਨੀ ਚੋਟ ਲੱਗੀ ਜੀ ਤੁਹਾਡੇ? ਅਮਰ ਦੇ ਲੱਗੀਆਂ ਨੇ ਜੀ, ਮੇਰੇ ਲੱਗੀਆਂ ਨੇ ਜੀ, ਮਿੰਦੋ ਦੇ ਧੱਕੇ ਮਾਰੇ ਗਏ, ਸੱਟ ਕੋਈ ਨਹੀਂ ਲੱਗੀ। ਮਨਪ੍ਰੀਤ ਨੂੰ ਧੱਕੇ ਮਾਰੇ ਗਏ, ਸੱਟ ਕੋਈ ਨਹੀਂ ਲੱਗੀ। ਪਰ ਮੇਰੀ ਮੰਮੀ ਉਹਨਾਂ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ ਜੀ, ਉਹਨਾਂ ਦੇ ਸਿਰ 'ਚ ਮਾਰਿਆ ਗਿਆ। ਉਹ ਫਿਰ ਵੈਸੇ ਵੀ ਟੈਨਸ਼ਨ ਲੈ ਲੈਂਦੇ, ਜਦੋਂ ਕੋਈ ਲੜਾਈ ਹੁੰਦੀ ਹੈ ਇੱਧਰ ਉੱਧਰ। ਇੱਕ ਤੁਸੀਂ ਕਹਿ ਰਹੇ ਹੋ ਵੀ ਸਾਡੇ ਸੋਸ਼ਲ ਮੀਡੀਆ ਤੇ ਆ ਕੇ ਕਹਿੰਦੇ ਕੁਝ ਲੋਕ ਨੂੰ ਮੈਸੇਜ ਕਰਦੇ ਉਹਨਾਂ ਨੂੰ ਕੀ ਕਹਿੰਦੇ? ਇਹ ਮੈਸੇਜ ਕਰਦੇ ਨੇ ਜੀ ਲੋਕਾਂ ਨੂੰ ਵੀ ਮਿਸਟਰ ਮਿਸਿਸ ਦੇ ਰਹੇ ਇਦਾਂ ਦੇ ਨੇ, ਇਹ ਇਦਾਂ ਦੇ ਨੇ, ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਦਾ ਫਲਾਣਾ ਕਰੋ। ਸਾਨੂੰ ਮੈਸੇਜ ਤੇ ਮੈਸੇਜ ਆ ਰਹੇ ਸੀ ਪਰ ਤੁਸੀਂ ਇਦਾਂ ਦੇ ਕੀ ਗੱਲ ਹੋ ਗਈ, ਇਦਾਂ ਤੁਹਾਡੇ ਵਾਸਤੇ ਹੋ ਰਿਹਾ। ਅਸੀਂ ਸਿਰਫ ਤਾਂ ਕਾਨਫਰੰਸ ਸੱਦੀ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਇਦਾਂ ਦੇ ਨਹੀਂ ਹੈ। ਇਹ ਸਾਡੇ ਨਾਲ ਜੋ ਹੋਇਆ, ਅਸੀਂ ਸਾਨੂੰ ਕੀ ਲੋੜ ਸੀ ਪਰਿਵਾਰ ਦਾ ਮਸਲਾ ਮੀਡੀਆ 'ਚ ਲੈ ਕੇ ਆਉਣ ਦੀ? ਉਹ ਲੈ ਕੇ ਆਏ। ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਿਹੜਾ ਮੈਸੇਜ ਕਰਦੇ ਤੁਸੀਂ ਉਹਨਾਂ ਕਰਕੇ ਹੀ ਪ੍ਰੈਸ ਕਾਨਫਰੰਸ ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਲੜਾਈ ਝਗੜਾ ਕੀਤਾ ਉਹਨਾਂ ਨੇ, ਉਹ ਜੀ ਸੱਟਾਂ ਮਾਰੀਆਂ। ਉਹਦੇ ਤੋਂ ਬਾਅਦ ਸੱਚੇ ਬਣਨ ਲਈ ਉਹਨਾਂ ਨੇ ਸਾਡੇ ਹਰੇਕ ਸੋਸ਼ਲ ਮੀਡੀਆ ਤੇ ਹਰੇਕ ਸਾਡੇ ਫਰੈਂਡ ਨੇ ਜਿੰਨੇ ਵੀ ਚੈਨਲ ਨੇ, ਸੈਮੀ ਨਾਜ਼ ਹੋਣੀ ਹੋ ਗਏ, ਕਿੰਗ ਵੀ ਚੌਹਾਨ ਹੋਣੀ ਹੋ ਗਏ, ਵਿੱਕੀ ਪਿੰਡਰ ਹੋ ਗਿਆ, ਠੀਕ ਹੈ ਜੀ, ਦਾ ਪੰਜਾਬ, ਸਾਰੇ ਚੈਨਲਾਂ ਦੇ ਉੱਤੇ ਉਹਨਾਂ ਨੇ ਇਹੀ ਮੈਸੇਜ, ਇੱਕੋ ਮੈਸੇਜ ਕਾਪੀ ਪੇਸਟ ਕਾਪੀ ਪੇਸਟ ਕਾਪੀ ਪੇਸਟ। ਜਿਹੜਾ ਤੁਹਾਡੇ ਦਰਸ਼ਕ ਨੇ ਕੀ ਮੈਸੇਜ ਦੇਣਾ ਚਾਹੁੰਦਾ ਕਿਹਨਾਂ ਨੂੰ ਦਰਸ਼ਕਾਂ ਨੂੰ, ਜਿਹੜਾ ਤੁਹਾਡਾ ਦਰਸ਼ਕ ਇਸ ਕਰਕੇ ਤੁਹਾਨੂੰ ਇਹੀ ਗੱਲ ਕਹੂੰਗਾ, ਸਾਨੂੰ ਮਾਫ ਕਰਿਓ। ਮੈਂ ਇਹਨਾਂ ਜੋਗਾ ਹੈ ਨਹੀਂ ਗਾ, ਮੈਂ ਮੈਸੇਜ ਦਵਾ। ਹਾਂ, ਮੈਂ ਹਮੇਸ਼ਾ ਪਰਿਵਾਰ ਜੋੜੀ ਰੱਖਿਓ, ਉਹੀ ਗੱਲ ਕੀਤੀ ਆ। ਮੈਂ ਇਹੀ ਕਹੂੰਗਾ ਪਰਿਵਾਰ ਜੋੜੀ ਰੱਖਿਓ, ਬਸ ਆਪਣਾ ਪਰਿਵਾਰ ਜੋੜੀ ਰੱਖਿਓ। ਕੱਲ ਅਸੀਂ ਸੁਣਿਆ ਸੀਗਾ ਤਾਏ ਚਾਚੇ ਕਰਦੇ ਨੇ, ਸਾਨੂੰ ਨਹੀਂ ਸੀ ਪਤਾ, ਚਲੋ ਦੇਖ ਲਿਆ।